ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਮਿਲ ਕੇ ਅੱਜ ਦੀਆਂ ਅਹਿਮ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 2 अक्तूबर 2018 1800 नानकशाही संमत 550 का दिन है। तो डॉक्टर साहब प्रोग्राम शुरू करने तो पहला अपने दर्शकों ते श्रोतियां नूं हमेशा तरह दस दईए व्यूअर्स, जे तुसीं हक सच इंसाफ ते पैरा दिंदा एक चैनल टीवी 84 ने देखना चाहते हो तो तुसीं देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक, टीवी 84 दी ऐप राहीं ऑनलाइन स्ट्रीमिंग एंड IP बॉक्स ते तुसी टीवी 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਔਰ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ टीवी 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਪਹਿਲੇ ਇਸ਼ੂ ਦੀ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ 2 ਅਕਤੂਬਰ ਦਾ ਦਿਨ ਹੈ ਜੀ, ਤੇ ਜਿੰਨੇ ਵੀ ਸਾਊਥ ਏਸ਼ੀਆ ਦੇ ਇਸ ਭਾਰਤ ਨਾਂ ਦੇ ਕਲਪਤ ਦੇਸ਼ ਵਿੱਚ ਜੰਮੇ ਬੱਚੇ ਬੱਚੀਆਂ ਨੇ, ਉਹਨਾਂ ਨੂੰ ਜਿਹੜੀਆਂ 2-3 ਤਰੀਕਾਂ ਚੰਗੀ ਤਰ੍ਹਾਂ ਰਟਾਈਆਂ ਹੁੰਦੀਆਂ ਜੀ। ਇੱਕ ਤਾਂ ਛੁੱਟੀ ਹੁੰਦੀ ਹੈ, ਬਿਲਕੁਲ, ਤੇ ਦੂਸਰਾ ਜੇ 2 ਅਕਤੂਬਰ ਨੂੰ ਰਾਸ਼ਟਰਪਿਤਾ ਦਾ ਜਨਮ ਦਿਨ ਕਹਿ ਕੇ ਨਾ ਵੇਚਦੇ ਤੇ ਫਿਰ ਗਾਂਧੀ ਦੀਆਂ ਕਮਜ਼ੋਰੀਆਂ ਕਿੱਥੋਂ ਲੁਕਦੀਆਂ। ਤੇ ਜਿਹਨੂੰ ਰਾਸ਼ਟਰਪਿਤਾ ਬਣਾਇਆ, ਹੁਣ ਤਾਂ ਉਹਨਾਂ ਨੇ ਗੱਲ ਇੱਥੋਂ ਤੱਕ ਪਹੁੰਚਾ ਦਿੱਤੀ ਹੈ ਕਿ 4 ਭਾਰਤੀ ਮੂਲ ਦੇ ਕਾਂਗਰਸਮੈਨ ਜਿਹੜੇ ਨੇ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਮੂਵ ਕੀਤਾ US ਕਾਂਗਰਸ 'ਚ ਕਿ ਗਾਂਧੀ ਨੂੰ ਮਰਨ ਤੋਂ ਬਾਅਦ ਜਿਹੜਾ ਹਾਈਐਸਟ ਆਨਰ ਹੈ ਕਾਂਗਰੈਸ਼ਨਲ ਗੋਲਡ ਮੈਡਲ, ਜਿਹੜਾ ਨੈਲਸਨ ਮੰਡੇਲਾ ਨੂੰ ਦਿੱਤਾ ਗਿਆ, ਜਿਹੜਾ ਮਦਰ ਟਰੇਸਾ ਨੂੰ ਦਿੱਤਾ ਗਿਆ, ਇਸ ਲੈਵਲ ਦੇ ਬੜੇ ਥੋੜੇ ਬਾਰ ਉਹ ਗਾਂਧੀ ਨੂੰ ਦਿੱਤਾ ਜਾਏ ਜੀ। ਸੋ ਜ਼ਾਹਰ ਹੈ ਕਿ ਜਦੋਂ 2 ਅਕਤੂਬਰ ਆਉਂਦਾ ਹੈ ਸਾਡੇ ਵੀ, ਕਿਉਂਕਿ ਕਲੌਕ 'ਚ ਕਿਤੇ ਨਾ ਕਿਤੇ ਤੋਂ ਸੈੱਟ ਹੋਇਆ ਹੋਇਆ ਕਿ 2 ਅਕਤੂਬਰ ਜਿਹੜਾ 1869 'ਚ ਗਾਂਧੀ ਜੰਮਿਆ, ਔਰ ਗਾਂਧੀ ਨੂੰ ਲਾਰਜਰ ਦੈਨ ਲਾਈਫ ਉਸ 'ਤੇ ਜਦੋਂ ਭਾਰਤ ਸਰਕਾਰ ਨੇ ਵੱਡੀ ਇਨਵੈਸਟਮੈਂਟ ਕਰਕੇ ਅੰਗਰੇਜ਼ੀ ਦੇ ਵਿੱਚ ਫਿਲਮ ਵੀ ਬਣਾਈ, ਉਸ ਗੱਲ ਨੂੰ ਯਕੀਨੀ ਬਣਾਇਆ ਕਿ ਦੁਨੀਆ ਭਰ ਦੇ ਵਿੱਚ ਉਸ ਦਾ ਪ੍ਰਚਾਰ ਹੋਏ ਜੀ। ਇਹ ਵੱਖਰੀ ਗੱਲ ਹੈ ਕਿ ਹੁਣ ਈਵਨ ਜਿਹੜੇ ਐਸਟੈਬਲਿਸ਼ਡ ਨਾਮੀ ਗ੍ਰਾਮੀ ਇਤਿਹਾਸਕਾਰ ਵੀ ਨੇ, ਜਿਨ੍ਹਾਂ ਦੇ ਵਿੱਚ ਰਾਮ ਕੁਮਾਰ ਗੋਹਾ ਔਰ ਦੂਸਰੇ ਜਿਨ੍ਹਾਂ ਦੀਆਂ ਕਿਤਾਬਾਂ ਵੀ ਜਿਹਨੇ ਕਾਫੀ ਪਿਛਲੇ ਦਿਨਾਂ 'ਚ ਬਾਇਓਗ੍ਰਾਫੀ ਗਾਂਧੀ ਦੀ ਲਿਖੀ ਹੈ, ਹੁਣ ਉਹਦੀ ਜ਼ਿੰਦਗੀ ਦੇ ਦੂਸਰੇ ਆਸਪੈਕਟ ਵੀ ਜਿਹੜੇ ਲੰਬਾ ਵਕਤ ਭਾਰਤ ਦੇ ਵਿੱਚ ਕਦੇ ਵਿਚਾਰੇ ਨਹੀਂ ਗਏ, ਡਿਸਕਸ ਨਹੀਂ ਹੋਏ। OP ਮਥਾਈ ਨੇ ਇੱਕ ਗਾਂਧੀ ਦੇ ਐਕਸਪੈਰੀਮੈਂਟਸ ਵਿਦ ਸੈਕਸ ਦੇ ਨਾਂ ਥੱਲੇ, ਕਿਉਂਕਿ ਉਹਦੀ ਆਪਣੀ ਆਟੋਬਾਇਓਗ੍ਰਾਫੀ ਐਕਸਪੈਰੀਮੈਂਟਸ ਵਿਦ ਟਰੂਥ ਹੈ, ਉਸ ਦੇ ਥੱਲੇ ਜਦੋਂ ਆਇਆ ਤਾਂ ਉਹਨੂੰ ਵੀ ਇਹ ਕਿਹਾ ਗਿਆ ਕਿ ਜੀ ਇਹ ਤਾਂ ਜਿਹੜੀ ਹੈ ਉਹ ਜਾਲੀ ਹੈ ਔਰ ਦੂਸਰਾ ਹੈ ਉਸਨੇ ਆਪਣਾ ਬਦਲਾ ਕੱਢਿਆ। ਪਰ ਹੁਣ ਇੱਕ ਗੱਲ ਬਿਲਕੁਲ ਨੋਨ ਹੈ ਕਿ ਜਿਹੜਾ ਇੱਕ ਵੱਡਾ ਆਸਪੈਕਟ, ਜੇ ਗਾਂਧੀ ਅੱਜ ਦੀ ਤਰੀਕ 'ਚ ਜਿਉਂਦਾ ਹੁੰਦਾ ਦੁਨੀਆ ਦੇ ਕਿਸੇ ਵੀ ਦੇਸ਼ 'ਚ ਭਾਰਤ ਸਮੇਤ, ਔਰ ਜਿਹੜਾ ਉਹਨੇ ਜੋ ਕੁਕਰਮ ਉਸ ਪੀਰੀਅਡ 'ਚ ਆਪਣੇ ਉਸ ਸਟੇਟਸ ਦਾ ਇਸਤੇਮਾਲ ਕਰਕੇ ਆਪਣੀਆਂ ਈਵਨ ਪੋਤੀ ਔਰ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਕੀਤਾ, ਔਰ ਇਹ ਕਹਿ ਕੇ ਜੀ ਮੈਂ ਤਾਂ ਆਪਣਾ ਸੰਨਿਆਸ ਟੈਸਟ ਕਰ ਰਿਹਾ ਔਰ ਮੈਂ ਉਹ ਹੁਣ ਦੁਹਰਾ ਨਹੀਂ ਸਕਦਾ ਉਹ ਸਾਰਾ ਕਿ ਕੀ ਹੈ। ਲੇਕਿਨ ਇਹ ਸਵਾਲ ਹੁਣ ਜ਼ਰੂਰ ਉੱਠਣਾ ਸ਼ੁਰੂ ਹੋਇਆ ਹੈ ਔਰ ਕਈਆਂ ਨੇ ਜਿਹੜੇ ਬਾਹਰਲੇ ਹੁਣ ਸਮਝਦੇ ਨੇ ਗਾਂਧੀ ਦਾ ਪੈਡੋਫਾਈਲ ਉਹ ਹੈ ਜਿਹੜਾ ਬੱਚਿਆਂ ਦੇ ਨਾਲ ਕੁਕਰਮ ਕਰਦਾ ਕਿ, ਔਰ ਉਹਨੇ ਇਹ ਲੰਬਾ ਵਕਤ ਜਿਹੜਾ ਹੈ ਇਸ ਕਿਸਮ ਦੇ, ਔਰ ਉਹਦੇ ਥੱਲੇ 1-2 ਜਿਹੜੇ ਉਹਦੇ ਅਟੈਂਡੈਂਟ ਸੀ ਉਹ ਤਾਂ ਛੱਡ ਗਏ, ਲੇਕਿਨ ਵੱਡੀ ਮੈਜੋਰਿਟੀ ਜਿਹੜੀ ਹੈ ਉਹਨਾਂ ਨੇ ਕਿਉਂ ਚੁੱਪ ਧਾਰ ਕੇ ਰੱਖੀ, ਕਿਉਂ ਨਹਿਰੂ ਵਰਗੇ ਔਰ ਦੂਸਰੇ ਲੋਕ ਜਿਹੜਾ ਉਹਦਾ ਸਾਬਰਮਤੀ ਆਸ਼ਰਮ 'ਚ ਜਿੱਥੇ ਕਿ ਇਹ ਕਿੰਨਾ ਲੰਬਾ ਸਮਾਂ ਇਹ ਕੁਕਰਮ ਚੱਲਦਾ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਆਸਪੈਕਟ ਜ਼ਰੂਰ ਸਾਹਮਣੇ ਆਇਆ, ਲੇਕਿਨ ਇਹਦੇ ਬਾਵਜੂਦ ਕਿਉਂਕਿ ਜਿਨ੍ਹਾਂ ਦੇ ਕੋਲ ਹਕੂਮਤ ਹੁੰਦੀ ਹੈ, ਪਾਵਰ ਹੁੰਦੀ ਹੈ, ਉਹ ਜਿਸ ਨੂੰ ਮਰਜ਼ੀ ਹੀਰੋ ਬਣਾ ਦੇਣ, ਜਿਹਨੂੰ ਮਰਜ਼ੀ ਜ਼ੀਰੋ ਕਰ ਦੇਣ, ਤੇ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਹੀਰੋ ਬਣਾਇਆ ਹੁੰਦਾ ਹੈ, ਉਹਨਾਂ ਦੇ ਬੁੱਤ ਵੀ ਲਾਉਂਦੇ ਨੇ, ਉਹਨਾਂ ਦੇ ਨਾਂ ਤੇ ਮਿਊਜ਼ੀਅਮ ਵੀ ਬਣਾਉਂਦੇ ਨੇ, ਉਹਨਾਂ ਦੇ ਨਾਂ ਤੇ ਹਿਸਟਰੀ ਵੀ ਲਿਖੀ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਫਿਰ ਜਦੋਂ ਉਹ ਤਬਦੀਲੀ ਹੁੰਦੀ ਹੈ, ਲੋਕਾਂ ਦੇ ਸਾਹਮਣੇ ਸੱਚ ਆਉਂਦਾ ਹੈ
ਤੇ ਫਿਰ ਕਿਵੇਂ ਲੈਨਿਨ ਦੇ ਬੁੱਤ ਜਿਹੜੇ ਨੇ ਉਹ ਥਾਂ ਤੇ ਲੋਕਾਂ ਨੇ ਆ ਕੇ ਭੰਨੇ ਹਥੌੜਿਆਂ ਦੇ ਨਾਲ, ਕਿਵੇਂ ਉਸ ਦਾ ਜਿਹੜਾ ਸਾਰਾ ਫਿਰ ਜਿਹੜਾ ਬਣਾਇਆ ਹੋਇਆ ਵਿਰਸਾ ਹੁੰਦਾ ਜੋ ਉਹ ਕਿਵੇਂ ਡਿਸਟਰੋਏ ਹੁੰਦਾ, ਜਿਹਨੂੰ ਉਹ ਸਮਝਦੇ ਨੇ ਕਿ ਜੀ ਅਸੀਂ ਤਾਂ ਇਹ ਆਪਣੀ ਹਿਸਟਰੀ ਜਿਹੜੀ ਹੈ ਉਹ ਲਿਖਵਾ ਦਿੱਤੀ ਹੈ, ਵੀ ਹੈਵ ਕਾਰਵਡ ਇਟ ਆਊਟ ਕਿ ਵੀ ਹਿਸਟਰੀ 'ਚ ਹਮੇਸ਼ਾ ਰਹੇਗਾ। ਔਰ ਇਹੀ ਹਾਲ ਈਵਨ ਜੇ ਅਸੀਂ ਇਰਾਕ 'ਚ ਸਦਾਮ ਹੁਸੈਨ ਦੇ ਹਵਾਲੇ ਨਾਲ ਦੇਖੀਏ ਜਾਂ ਲੀਬੀਆ 'ਚ ਗੱਦਾਫੀ ਦੇ ਹਵਾਲੇ ਨਾਲ ਦੇਖੀਏ, ਜਿਹੜੇ ਲੋਕ ਜਿਨ੍ਹਾਂ ਦੇ ਹੱਥ ਪਾਵਰ ਹੁੰਦੀ ਹੈ, ਬਾਕੀ ਤਾਂ ਬਹੁਤਿਆਂ ਦੇ ਬੁੱਤ ਮਰਨ ਤੋਂ ਬਾਅਦ ਲੱਗਦੇ ਨੇ, ਪਰ ਜਿਵੇਂ ਯੂਪੀ ਦੇ ਵਿੱਚ ਜੇ ਅਸੀਂ ਦੇਖੀਏ ਕਿ ਈਵਨ ਮਾਇਆਵਤੀ ਨੇ ਆਪਣੇ ਚੀਫ ਮਿਨਿਸਟਰ ਹੁੰਦੇ ਹੀ ਆਪਣੇ ਬੁੱਤ ਲਵਾਏ ਹੋਏ ਨੇ। ਹਾਲਾਂ ਜਿਹੜੇ ਜਿਵੇਂ ਕਾਂਸ਼ੀ ਰਾਮ ਨੇ ਜਾਂ ਡਾਕਟਰ ਅੰਬੇਦਕਰ, ਜਿਹੜੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕੀਤਾ, ਉਹ ਤਾਂ ਠੀਕ ਹੈ, ਲੇਕਿਨ ਇਹ ਇੱਕ ਪਾਸਾ ਵੱਖਰੀ ਚੀਜ਼ ਹੈ ਕਿ ਵੀ ਕਿਵੇਂ ਕਿਸੇ ਨੂੰ ਉਭਾਰਿਆ ਜਾਂਦਾ ਹੈ ਔਰ ਉਹਨੂੰ ਪ੍ਰੋਜੈਕਟ ਕਿਵੇਂ ਕੀਤਾ ਜਾਂਦਾ ਹੈ। ਹੁਣ ਜਿਵੇਂ ਕਿਉਂਕਿ ਗਾਂਧੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਆਸਪੈਕਟ ਨੇ ਔਰ ਮੈਂ ਉਹਨਾਂ ਤੇ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦਾ, ਕਿਉਂਕਿ ਬਹੁਤ ਕੁਝ ਜਿਹੜਾ ਗਾਂਧੀ ਦੀ ਸੋਚਣੀ ਕੀ ਹੈ, ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਕਈ ਦਹਾਕੇ ਪਹਿਲਾਂ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਨਾਂ ਥੱਲੇ ਉਸ ਦੀਆਂ ਲਿਖਤਾਂ ਛਾਪੀਆਂ। ਸੋ ਜੇ ਤੁਸੀਂ ਉਸ ਦੀਆਂ ਲਿਖਤਾਂ ਨੂੰ ਧਿਆਨ ਦੇ ਨਾਲ ਪੜ੍ਹੋ, ਐਨਾਲਾਈਜ਼ ਕਰੋ, ਪੜਤਾਲ ਪੜਚੋਲ ਕਰੋ, ਤਾਂ ਫਿਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਗਾਂਧੀ ਨਸਲਵਾਦ ਦੇ ਵਿੱਚ ਯਕੀਨ ਰੱਖਦਾ ਸੀ, ਰੇਸਿਸਟ ਜਿਹਨੂੰ ਅੱਜ ਕਿਹਾ ਜਾਂਦਾ ਹੈ। ਸਾਊਥ ਅਫਰੀਕਾ ਜਿਹਦਾ 16-17 ਸਾਲ ਦਾ ਜਿਸ ਨੂੰ ਬੜਾ ਵੱਡਾ ਸੰਘਰਸ਼ ਔਰ ਇਹ ਕਿਹਾ ਜਾਂਦਾ ਹੈ ਕਿ ਜੀ ਉੱਥੇ ਉਹਨੇ ਜਿਹੜਾ ਐਕਸਪੈਰੀਮੈਂਟ ਕੀਤਾ ਔਰ ਉਹ ਫਿਰ ਜਦੋਂ ਭਾਰਤ 'ਚ ਉਤਰਿਆ ਉਹ ਉਹਨੇ ਉੱਥੇ ਲਾਗੂ ਕੀਤਾ। ਜੇ ਤੁਸੀਂ ਉਸ ਦਾ 16-17 ਸਾਲ ਜਾਂ ਪਲੱਸ ਟਾਈਮ ਹੀ ਹੋਏਗਾ ਇਹਦੇ ਨਾਲੋਂ, ਸਾਊਥ ਅਫਰੀਕਾ ਦੀ ਉਹਦੀ ਸਾਰੀ ਗੱਲ ਦੇਖੋ ਤੇ ਉਹਦੇ 'ਚ ਮੁੱਢਲੇ ਤੌਰ ਤੇ ਜਿਹੜੀ ਉਹਦੀ ਸਾਰੀ ਸਟਰਗਲ ਦਾ ਉਹ ਨਸਲਵਾਦੀ ਸੀ, ਕਿਉਂਕਿ ਸਾਊਥ ਅਫਰੀਕਾ ਦੇ ਵਿੱਚ ਵੀ ਉਹ ਵੀ ਬ੍ਰਿਟਿਸ਼ ਕਾਲੋਨੀ ਸੀ ਔਰ ਉੱਥੇ ਦੋ ਸੈਟ ਆਫ ਲਾਜ਼ ਸੀ, ਇੱਕ ਗੋਰਿਆਂ ਦੇ ਲਈ ਜਿਹੜਾ ਲੰਬਾ ਵਕਤ ਫਿਰ ਜਦੋਂ ਤੱਕ ਅਪਾਰਥਾਈਡ ਟੁੱਟਿਆ ਨਹੀਂ, ਨੈਲਸਨ ਮੰਡੇਲਾ 27-28 ਸਾਲ ਜੇਲ੍ਹ 'ਚ ਰਿਹਾ ਔਰ ਹੁਣ ਉੱਥੇ ਇੱਕ ਸੈਟ ਆਫ ਲਾਜ਼ ਹੈ। ਸੋ ਇੱਕ ਗੋਰਿਆਂ ਲਈ ਸੀ, ਇੱਕ ਕਾਲਿਆਂ ਲਈ ਸੀ। ਹੁਣ ਜ਼ਾਹਰ ਹੈ ਵੀ ਗੁਜਰਾਤੀ, ਸਿੰਧੀ ਵੱਡੀ ਗਿਣਤੀ ਉੱਥੇ ਗਏ ਸੀ, ਇਹਨਾਂ ਦੇ ਉੱਤੇ ਉਹੀ ਕਾਨੂੰਨ ਲਾਗੂ ਹੁੰਦੇ ਸੀ ਜਿਹੜੇ ਕਿ ਕਾਲਿਆਂ ਦੇ ਉੱਤੇ ਸੀ। ਸੋ ਗਾਂਧੀ ਦੀ ਸਟਰਗਲ ਜਿਹੜਾ ਕਿ ਉਹ ਆਪਣੇ ਆਪ ਨੂੰ, ਆਪਣੇ ਲੋਕਾਂ ਨੂੰ ਜਿਹੜਾ ਉਹ ਸਿਵਲਾਈਜ਼ਡ ਦੱਸਦਾ ਹੈ ਐਜ਼ ਕੰਪੇਅਰ ਟੂ ਅਦਰਸ ਜਿਹੜੇ ਕਾਲੇ ਨੇ, ਔਰ ਉਹਨਾਂ ਦੀ ਆਈਕਿਊ ਦੇ ਨਾਲੋਂ ਆਪਣਿਆਂ ਦਾ ਆਈਕਿਊ ਜ਼ਿਆਦਾ ਦੱਸ ਕੇ ਉਹਦੀ ਸਾਰੀ ਜਿਹੜੀ ਸਟਰਗਲ ਸੀ ਇਸ ਗੱਲ ਤੇ ਸੀ ਕਿ ਸਾਡੇ ਲਈ ਬੇਸ਼ੱਕ ਅਸੀਂ ਗੋਰੇ ਨਹੀਂ ਹੈ ਪਰ ਅਸੀਂ ਕਾਲੇ ਨਹੀਂ ਹੈ, ਇਸ ਲਈ ਉਹ ਕਾਨੂੰਨ ਜਿਹੜੇ ਨੇ ਸਾਡੇ ਤੇ ਲਾਗੂ ਨਾ ਹੋਣ ਔਰ ਸਾਡੇ ਲਈ ਵੱਖਰਾ ਸੈਟ ਆਫ ਰੂਲਸ ਹੋਏ। ਸੋ ਜ਼ਾਹਰ ਹੈ ਕਿ ਇਹੀ ਕਾਰਨ ਹੈ ਕਿ ਜਦੋਂ ਗਾਂਧੀ ਦੇ ਬੁੱਤ ਸਾਊਥ ਅਫਰੀਕਾ ਜਾਂ ਕਿਸੇ ਹੋਰ ਥਾਂ ਦੀ ਯੂਨੀਵਰਸਿਟੀ 'ਚ ਵੀ ਲਾਉਣ ਦੀ ਕੋਸ਼ਿਸ਼ ਹੋਈ ਤੇ ਪ੍ਰੋਫੈਸਰਾਂ ਔਰ ਪ੍ਰਿੰਸੀਪਲਸ ਨੇ ਜਿਹੜੇ ਉਹ ਪੂਰਾ ਉਹਦੇ ਤੇ ਲੌਬੀ ਕੀਤੀ ਔਰ ਉੱਥੇ ਉਹਨਾਂ ਨੇ ਲੱਗਣ ਨਹੀਂ ਦਿੱਤੇ। ਸੋ ਜ਼ਾਹਰ ਹੈ ਵੀ ਗਾਂਧੀ ਐਜ਼ ਏ ਰੇਸਿਸਟ ਐਸਟੈਬਲਿਸ਼ਡ ਹੁੰਦਾ ਹੈ। ਔਰ ਉਹਨੇ ਦੂਸਰਾ ਜਿਹੜਾ ਮੈਂ ਸਮਝਦਾ ਵੀ ਜਦੋਂ ਅਸੀਂ ਰੇਸਿਜ਼ਮ ਦੀ ਗੱਲ ਵੀ ਕਰਦੇ ਹਾਂ, ਇੱਥੇ ਤਾਂ ਉਹਦੀ ਹਿਸਟਰੀ 200 ਸਾਲ 300 ਸਾਲ, ਕਲੋਨੀਅਲ ਪੀਰੀਅਡ 500 ਸਾਲ ਤੱਕ ਹੋਏਗੀ, ਪਰ ਜਿਹੜੇ ਖਿੱਤੇ 'ਚ 4000 ਸਾਲ ਤੋਂ ਵਰਣ ਆਸ਼ਰਮ ਦਾ, ਜਿਸ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਮਨੁੱਖ ਦੇ ਜਨਮ ਦੇ ਨਾਲ ਜਿਹੜਾ ਉਸ ਦਾ ਜੁੜਿਆ ਹੋਇਆ ਨਸਲਵਾਦ ਹੈ, ਜਾਤੀਵਾਦ ਹੈ, ਉਸ ਤੋਂ ਵਰਸਟ ਫਾਰਮ ਦੁਨੀਆ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੀ ਕਿਸੇ ਨੇ ਕਦੇ ਨਹੀਂ ਬਣਾਈ ਹੈ। ਔਰ ਉਸ ਨੂੰ ਰਿਗਵੇਦ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ ਹੈ ਔਰ ਮਨੂ ਸਮ੍ਰਿਤੀ ਜਿਹੜੀ ਹੈ ਅਲਟੀਮੇਟਲੀ ਉਹਨੂੰ, ਜਿਹਨੂੰ ਹਿੰਦੂ ਲਾਅ ਕਿਹਾ ਜਾਂਦਾ ਹੈ, ਉਹਨੂੰ ਕੋਡੀਫਾਈ ਕਰਦੀ ਹੈ। ਔਰ ਅੱਜ ਜਦੋਂ ਅਸੀਂ RSS ਦੀ ਹਿੰਦੂਤਵੀ ਵਿਚਾਰਧਾਰਾ ਦੇਖਦੇ ਹਾਂ ਤੇ ਇਹ ਅਸਲ 'ਚ ਕਨਸਟੀਟਿਊਸ਼ਨ ਹੀ ਭਾਰਤ ਦਾ ਜਿਹੜਾ ਉਹ ਮਨੂ ਸਮ੍ਰਿਤੀ ਬਣਾਉਣਾ ਚਾਹੁੰਦੇ ਨੇ, ਕਿਉਂਕਿ ਜ਼ਾਹਰ ਹੈ ਕਿ ਬੇਸ਼ੱਕ ਅੱਜ ਵੀ ਜਿਹੜਾ ਬੇਸ਼ੱਕ 72 ਸਾਲ ਦਾ ਜੇ ਅਸੀਂ 47 ਤੋਂ ਬਾਅਦ ਦਾ ਭਾਰਤ ਦੇਖੀਏ ਔਰ 1950 'ਚ ਜਦੋਂ ਸੰਵਿਧਾਨ ਲਾਗੂ ਹੁੰਦਾ ਹੈ ਉਸ ਤੋਂ ਬਾਅਦ ਦੇ ਜਿਹੜੇ ਨੇ ਇਹ ਸਾਰੇ 68 ਸਾਲ ਦੇ ਪੀਰੀਅਡ ਨੂੰ ਦੇਖੀਏ ਤੇ ਆਲਰੇਡੀ ਬੇਸ਼ੱਕ ਲੈਟਰਸ ਭਾਰਤੀ ਕਨਸਟੀਟਿਊਸ਼ਨ ਦੇ ਕਹਿਣ ਨੂੰ ਸੈਕੂਲਰ ਹੋਣਗੇ, ਉਹਨਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਸ ਦੇ ਉੱਤੇ ਮਨੂਵਾਦ ਹੀ ਰਿਹਾ। ਜਦੋਂ ਅਸੀਂ ਕਹਿੰਦੇ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ, ਸੋ ਉਸ ਦੀ ਸਪਿਰਿਟ ਜਿਹੜੀ ਆ ਉਹ ਮਨੂਵਾਦੀ ਰਹੀ ਹੈ ਔਰ ਅਲਟੀਮੇਟਲੀ ਇੰਟਰਪ੍ਰੇਟ ਤਾਂ ਜੱਜਾਂ ਨੇ ਕਰਨਾ ਔਰ ਉਹਦੇ ਚੋਂ ਤੁਸੀਂ ਦੇਖ ਸਕਦੇ ਹੋ ਕਿ ਜੇ ਜਦੋਂ ਇਹ ਕਿਹਾ ਜਾਂਦਾ ਹੈ
ਕਿ ਭਾਈ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ 34 ਸਾਲ ਬਾਅਦ ਵੀ ਸਜ਼ਾ ਨਹੀਂ ਮਿਲੀ। ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰਨ ਵਾਲਾ ਮੋਦੀ ਜਿਹਦਾ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਸੀ, ਉਹ ਕਿਸ ਲੈਵਲ ਤੇ ਪਹੁੰਚ ਗਏ। ਲੇਕਿਨ ਉੱਥੇ ਮਾਸੂਮ ਜਿਹੜੇ ਨੇ ਉਹ ਅੱਜ ਵੀ ਸਫਰ ਕਰ ਰਹੇ ਨੇ। ਜਾਂ ਉੜੀਸਾ ਦੇ ਵਿੱਚ ਈਸਾਈਆਂ ਨਾਲ ਇਹ ਹੋਇਆ, ਜਾਂ ਭਾਰਤ ਭਰ ਚ ਦਲਿਤਾਂ ਦੇ ਨਾਲ ਇਹ ਹੋਇਆ। ਕਨਸਟੀਟਿਊਸ਼ਨ ਉਹੀ ਹੈ, ਲੇਕਿਨ ਉਹੀ ਕਨਸਟੀਟਿਊਸ਼ਨ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਉਹਨਾਂ ਨੂੰ ਜਿਹੜਾ ਉਹ ਮੌਤ ਦੀ ਸਜ਼ਾ ਦੇ ਸਕਦਾ। ਬੇਅੰਤ ਸਿੰਘ ਨੂੰ ਤਾਂ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਜਾਂਦਾ। ਜਿੰਦੇ ਸੁੱਖੇ ਜਿਹੜੇ ਨੇ ਉਹ ਫਾਂਸੀ ਦੇ ਫੰਦੇ ਤੇ ਲਟਕਾਏ ਜਾ ਸਕਦੇ ਨੇ। ਉਹ ਅਫਜ਼ਲ ਗੁਰੂ ਹੋਏ, ਮਕਬੂਲ ਭੱਟ ਹੋਏ, ਔਰ ਅੱਜ ਜੋ ਕਸ਼ਮੀਰ ਚੱਲ ਰਿਹਾ ਉਹੀ ਕਨਸਟੀਟਿਊਸ਼ਨ। ਸੋ ਗੱਲ ਇਹ ਹੈ ਵੀ ਕਨਸਟੀਟਿਊਸ਼ਨ ਦੀ ਸਪਿਰਿਟ ਜਿਹੜੀ ਹੈ ਉਹ ਮਨੂ ਸਮ੍ਰਿਤੀ ਦੀ ਹੈ। ਔਰ ਜਦੋਂ ਅਸੀਂ ਗਾਂਧੀ ਦਾ ਪੱਕਾ ਫੇਥ ਐਜ਼ ਏ ਹਿੰਦੂ, ਹੁਣ ਇਹਦੇ ਚ ਦੋ ਸ਼ਬਦ ਜਿਹੜੇ ਨੇ ਮੈਂ ਇਹ ਗੱਲ ਵਾਜ਼ਿਆ ਕਰਦੇ ਹਾਂ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਨਾ ਹੀ ਅਸੀਂ ਨਫ਼ਰਤ ਦੇ ਵਿੱਚ ਯਕੀਨ ਰੱਖਦੇ ਹਾਂ। ਪਰ ਜਦੋਂ ਅਸੀਂ ਕਿਸੇ ਇਸ਼ੂ ਨੂੰ, ਕਿਸੇ ਮੁੱਦੇ ਨੂੰ ਵਿਚਾਰ ਅਧੀਨ ਲਿਆਣਾ ਤੇ ਫਿਰ ਜਿਹੜੇ ਲਫ਼ਜ਼ਾਂ ਦੇ ਨਾਲ ਉਹ ਲੋਕ ਆਪਣੇ ਆਪ ਨੂੰ ਐਡਰੈਸ ਕਰਦੇ ਨੇ, ਸਾਨੂੰ ਉਹਨਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਸੋ ਜਦੋਂ ਅਸੀਂ ਹਿੰਦੂ ਕਹਿੰਦੇ ਹਾਂ, ਸੋ ਜ਼ਾਹਰ ਹੈ ਕਿ ਬੇਸ਼ੱਕ ਵੇਦਾਂ ਦੇ ਵਿੱਚ ਜਾਂ ਸ਼ਾਸਤਰਾਂ 'ਚ ਜਾਂ ਇਹ ਪੁਰਾਣਾ ਲਫ਼ਜ਼ ਨਹੀਂ ਹੈ, ਉਹਦੇ 'ਚ ਤਾਂ ਉਹਨਾਂ ਨੇ ਆਰੀਆ ਇਸਤੇਮਾਲ ਕੀਤਾ। ਔਰ ਉਹਦੇ 'ਚ ਜਿਹੜੀ ਆਈਡੀਓਲੋਜੀ ਅੱਜ ਜਿਹਨੂੰ RSS ਹਿੰਦੂਤਵਾ ਕਹਿ ਕੇ ਲਾਗੂ ਕਰ ਰਹੀ ਹੈ, ਇਹ ਇਨਫੈਕਟ ਬ੍ਰਾਹਮਣ ਹੈ, ਬ੍ਰਾਹਮਣਵਾਦ ਹੈ। ਔਰ ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ ਤਾਂ ਮਤਲਬ ਇਹ ਨਹੀਂ ਹੈ ਵੀ ਅਸੀਂ ਕੋਈ ਬ੍ਰਾਹਮਣਾਂ ਦੇ ਖਿਲਾਫ ਕੋਈ ਗੱਲ ਕਰ ਰਹੇ ਹਾਂ, ਅਸੀਂ ਇੱਕ ਆਈਡੀਓਲੋਜੀ ਦੀ ਗੱਲ ਕਰ ਰਹੇ ਹਾਂ, ਜਿਹੜੀ ਆਈਡੀਓਲੋਜੀ 'ਚ ਆਫ ਕੋਰਸ ਬ੍ਰਾਹਮਣ ਜਿਹੜਾ ਹੈ ਉਹ ਉਸ ਜਿਹੜਾ ਚਾਰ ਪਾਇਦਾਨ ਵਾਲੀ ਜਿਹੜੀ ਪੌੜੀ ਹੈ ਉਹਦੇ ਸਭ ਤੋਂ ਉੱਪਰਲੇ ਡੰਡੇ ਤੇ ਬੈਠੇ, ਔਰ ਸ਼ੂਦਰ ਜਿਹੜਾ ਉਹ ਸਭ ਤੋਂ ਥੱਲੇ ਬੈਠੇ। ਔਰ ਇਹ ਡਿਵੀਜ਼ਨ ਧਰਮ ਦੇ ਨਾਂ ਥੱਲੇ ਕੀਤੀ ਗਈ ਕਿਉਂਕਿ ਰੇਸਿਜ਼ਮ ਜਾਂ ਦੂਸਰਾ ਕਾਨੂੰਨ ਸੀ। ਇਹ ਨਹੀਂ ਹੈ ਕਿ ਕਿਸੇ ਮਜ਼ਹਬ ਨੇ ਜਸਟੀਫਾਈ ਕੀਤਾ, ਇਸਲਾਮ ਨੇ ਕੀਤਾ ਜਾਂ ਕ੍ਰਿਸਚੀਅਨਿਟੀ ਨੇ ਕੀਤਾ। ਔਰ ਇਸ ਦੇ ਉਲਟ ਜਦੋਂ ਅਸੀਂ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਵਾਲਾ ਵਰਣ ਆਸ਼ਰਮ ਦੇਖਦੇ, ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ, ਔਰ ਇਹਦਾ ਇੱਕ ਵੱਖਰਾ ਇਤਿਹਾਸ ਹੈ ਕਿ ਬ੍ਰਾਹਮਣਾਂ ਨੇ ਕਿਵੇਂ, ਜਦੋਂ ਕਿ ਇਹ ਇਹਨਾਂ ਦੇ ਆਰੀਅਨ ਕਬੀਲਿਆਂ ਨੇ ਆ ਕੇ ਜਿਹੜੇ ਮੂਲ ਨਿਵਾਸੀ ਸੀ ਉਸ ਖਿੱਤੇ ਦੇ, ਉਹਨਾਂ ਨੂੰ ਗੁਲਾਮ ਬਣਾਇਆ, ਡਰਾਵਿਡਨ ਰੇਸ ਵਾਲਿਆਂ ਨੂੰ, ਉਹਨਾਂ ਨੂੰ ਕਿਵੇਂ ਸ਼ੂਦਰ ਬਣਾਇਆ। ਔਰ ਜਿਹੜੇ ਬ੍ਰਾਹਮਣ ਜਿਹੜੇ ਚੌੜਾ ਮੱਥਾ, ਲੰਬਾ ਨੱਕ, ਗੋਰਾ ਰੰਗ, ਜਦੋਂ ਤੁਸੀਂ ਉਹ ਸਾਰੇ ਦੇ ਲੱਛਣ ਪੜ੍ਹਦੇ ਹੋ ਤਾਂ ਉਹਨਾਂ ਨੇ ਡਿਫਾਈਨ ਕੀਤੇ ਹੋਏ ਨੇ। ਔਰ ਉਹ ਆਰੀਆ ਜਿਹੜਾ ਹੈ ਉਹ ਕੁਲੀਨ ਵੀ ਉਹਨੂੰ ਕਹਿੰਦੇ ਨੇ ਕਿ ਉਹੀ ਸਿਵਲਾਈਜ਼ਡ ਹੈ, ਬਾਕੀ ਜਿਹੜੇ ਨੇ ਉਹ। ਹੁਣ ਇਹ ਜਿਹੜਾ ਵਰਸਟ ਫਾਰਮ ਰੇਸਿਜ਼ਮ ਦੀ ਜ਼ਾਤ-ਪਾਤੀ ਸਿਸਟਮ ਦੇ ਵਿੱਚ ਹੈ, ਤੁਸੀਂ ਗਾਂਧੀ ਦੀ ਹਰ ਰਾਈਟਿੰਗ, ਉਸ ਦੇ ਜਿਹੜੇ ਕੰਪਲੀਟ ਵਰਕਸ ਦੀ ਮੈਂ ਗੱਲ ਕੀਤੀ ਹੈ, ਜਾਂ ਜੋ ਉਸ ਦੀਆਂ ਪਬਲੀਕੇਸ਼ਨ ਸੀ, ਯੰਗ ਇੰਡੀਆ ਜਾਂ ਹਰੀਜਨ ਜਾਂ ਡਿਫਰੈਂਟ ਥਾਵਾਂ ਤੇ ਜਿੱਥੇ ਉਹ ਲਿਖਦਾ ਰਿਹਾ, ਤੁਸੀਂ ਇੱਕ ਲਾਈਨ ਵੀ ਐਸੀ ਨਹੀਂ ਕੱਢ ਸਕਦੇ ਜਿਹਦੇ ਚ ਗਾਂਧੀ ਨੇ ਜ਼ਾਤ-ਪਾਤ ਸਿਸਟਮ ਨੂੰ ਕੰਡੈਮ ਕੀਤਾ ਹੋਵੇ, ਉਸ ਦੀ ਨਖੇਦੀ ਕੀਤੀ ਹੋਏ ਜਾਂ ਉਸ ਨੂੰ ਤੋੜਨ ਦੀ ਗੱਲ ਕੀਤੀ ਹੋਵੇ। ਉਹ ਤਾਂ ਉਹਨੂੰ ਉਹਦੀ ਰੀੜ ਦੀ ਹੱਡੀ ਕਹਿੰਦਾ। ਔਰ ਜ਼ਾਹਰ ਹੈ ਉਹ ਗਲਤ ਨਹੀਂ ਹੈ ਕਿ ਜੇ ਜ਼ਾਤ-ਪਾਤ ਟੁੱਟਦੀ ਹੈ ਤਾਂ ਹਿੰਦੂ ਮਤ ਰਹਿੰਦਾ ਹੀ ਨਹੀਂ ਹੈ। ਬ੍ਰਾਹਮਣਵਾਦ ਦਾ ਜਿਹੜੀ ਬੈਕਬੋਨ ਹੈ, ਜਿਹੜੀ ਰੀੜ ਦੀ ਹੱਡੀ ਹੈ, ਸਪਾਈਨਲ ਕਾਰਡ ਹੈ, ਉਹ ਤਾਂ ਹੈ ਹੀ ਜ਼ਾਤ-ਪਾਤ। ਸੋ ਗਾਂਧੀ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਕਰਨ ਦੀ ਗੱਲ ਕਰਦਾ, ਆਪ ਵੀ ਝਾੜੂ ਫੜ ਕੇ ਲੈਟਰੀਨਾਂ ਸਾਫ਼ ਕਰਨ ਤੁਰ ਪੈਂਦਾ ਸੀ ਜਾਂ ਦੂਜਿਆਂ ਤੋਂ ਕਰੋ, ਇੰਨੇ ਕੁ ਲੈਵਲ ਤੱਕ, ਜਾਂ ਖਾ ਕੇ ਉਹਦੇ ਕਿਸੇ ਦੇ ਘਰ ਉਹਦੇ ਨਾਲ ਖਾ ਲਿਆ, ਕਿਉਂਕਿ ਇਹ ਗੱਲ ਵੀ ਉਹਦੇ ਵਿਚਲਾ ਜਿਹੜਾ ਸ਼ਰੂੜ ਬਾਣੀਆ ਸੀ। ਹੁਣ ਗਾਂਧੀ ਕੋਈ ਬ੍ਰਾਹਮਣ ਕੋਲ ਨਾਲ ਸੰਬੰਧਿਤ ਨਹੀਂ ਸੀ, ਪਰ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਰਤ ਦੇ ਵਿੱਚ ਜਿਹੜੀ ਵਿਚਾਰਧਾਰਾ ਮਨੂ ਸਮ੍ਰਿਤੀ ਨੇ ਕੋਡੀਫਾਈ ਕਰਕੇ ਮਜ਼ਬੂਤ ਕੀਤੀ, ਜਿਹੜੀ 1000 ਸਾਲ ਤੋਂ ਜਿਸ ਦੀ ਜਿਹੜੀ ਹੈ ਹਿੱਕ ਦੇ ਉੱਤੇ ਆ ਕੇ ਬਾਹਰਲੇ ਜਿਹੜੇ ਨੇ ਉਹਨਾਂ ਨੇ ਇਹਨਾਂ ਦੀ ਚੱਲਣ ਨਹੀਂ ਦਿੱਤੇ। ਹਾਲਾਂਕਿ ਇੱਕ ਵੱਖਰਾ ਟੌਪਿਕ ਹੈ ਕਿ ਭਾਵੇਂ ਉਹ ਹਮਲਾਵਰ ਮੁਗਲ ਸਨ ਜਾਂ ਉਸ ਤੋਂ ਪਹਿਲਾਂ ਦਰਾ ਖੈਬਰ ਪਾਰ ਦੇ ਉਹ ਮਹਿਮੂਦ ਗਜ਼ਨਵੀ ਹੋਏ ਜਾਂ ਮੁਹੰਮਦ ਗੌਰੀ ਹੋਏ, ਵਿਦਨ ਦਾ ਇੰਡੀਅਨ ਸੋਸਾਇਟੀ ਕਾਸਟ ਸਿਸਟਮ ਨੂੰ ਉਹਨਾਂ ਨੇ ਵੀ ਨਹੀਂ ਭੰਨਿਆ ਹੈ। ਉਹਨਾਂ ਨੇ ਵੀ ਬ੍ਰਾਹਮਣਾਂ ਨੂੰ ਆਪਣੇ ਦਰਬਾਰ 'ਚ ਵੀ ਇਹਨਾਂ ਨੇ ਵੀ ਮੰਤਰ ਕੱਢ ਲਿਆ, ਦਲੀਸ਼ਵਰੋ ਈਸ਼ਵਰੋ ਵੜ ਗਏ ਉਹਨਾਂ ਦੇ ਦਰਬਾਰਾਂ ਦੇ ਵਿੱਚ। ਸੋ ਉਹਨਾਂ ਨੇ ਵੀ ਇਹਨਾਂ ਦੀ ਜਿਹੜੀ ਉੱਚਤਾ ਹੈ ਉਹਦੀ ਐਕਸੈਪਟੈਂਸ ਰੱਖੀ। ਇਹੀ ਕਾਰਨ ਹੈ ਕਿ ਇਹ ਸਿਸਟਮ ਕੰਟੀਨਿਊ ਰਿਹਾ। ਲੇਕਿਨ ਗਾਂਧੀ ਇੱਕ ਸ਼ਰੂਡ
ਬਾਣੀਏ ਦੇ ਤੌਰ ਤੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਸੀ। ਉਹਨੇ ਹਿੰਦੂ ਮਿਥਿਹਾਸ, ਭਾਵੇਂ ਉਹਨੇ ਕਹਿਣ ਨੂੰ ਕਿਹਾ ਜੀ ਮੇਰੇ ਤੇ ਬੁੱਧ ਧਰਮ ਦਾ ਵੀ ਇਨਫਲੂਐਂਸ ਹੋਇਆ ਹੈ, ਜੈਨ ਮਤ ਦਾ ਵੀ ਹੋਇਆ ਹੈ, ਦੂਸਰਾ ਵੀ ਹੋਇਆ, ਲੇਕਿਨ ਉਹਦੀ ਹੌਸਟਿਲਿਟੀ ਰਹੀ ਸਿੱਖੀ ਬਾਰੇ। ਤਾਂ ਜੇ 10ਵੇਂ ਪਾਤਸ਼ਾਹ ਦੀ ਵਿਚਾਰਧਾਰਾ ਜਿਹਨੇ ਉਸ ਖਿੱਤੇ ਦੇ ਖਮੀਰ ਨੂੰ ਬਦਲਿਆ, ਜਿਹਨੇ ਪੰਜ ਕਕਾਰੀ ਖਾਲਸਾ ਜਿਹਦੇ ਗਾਤਰੇ ਕਿਰਪਾਨ ਸੀ, ਜਿਹਨੇ ਜ਼ੁਲਮ ਕਰਨ ਵਾਲੇ ਨੂੰ ਵੰਗਾਰਿਆ, 10ਵੇਂ ਪਾਤਸ਼ਾਹ ਨੂੰ ਤਾਂ ਗਾਂਧੀ ਮਿਸਗਾਈਡਡ ਪੈਟਰੀਓਟ ਕਹਿੰਦਾ। ਇਹ ਵੱਖਰੀ ਗੱਲ ਹੈ ਕਿ ਜਦੋਂ ਸਿੱਖਾਂ 'ਚ ਰੋਹ ਜਾਗਿਆ, ਵਿੰਗੇ ਟੇਢੇ ਢੰਗ ਨਾਲ ਉਹਨੇ ਜਿਹੜੀ ਹੈ ਉਹ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਦੇ ਵੀ ਉਹਨੇ ਮਾਫੀ ਨਹੀਂ ਮੰਗੀ। ਹੁਣ ਇਹ ਜਿਹੜਾ ਗਾਂਧੀ ਵਿਚਲਾ ਸ਼ੁੱਧ ਬਨਾਰਸੀ ਕੁਰੂਕਸ਼ੇਤਰੀ ਜਿਹੜਾ ਇੱਕ ਹਿੰਦੂ ਸੀ, ਉਹਨੇ ਇਹ ਮਹਿਸੂਸ ਕੀਤਾ ਕਿ ਵੀ ਅਸੀਂ ਜੇ ਇਸ ਸਾਰੇ ਖਿੱਤੇ ਨੂੰ ਇੱਕ ਉਸ ਮੰਨੂ ਦੀ ਸੋਚ ਦੇ ਵਾਂਗ ਉਸ ਕਿਸਮ ਦਾ ਬਣਾ ਦਈਏ ਜਿਸ ਨੂੰ ਉਹਨੇ ਇੱਕ ਬੜਾ ਖੂਬਸੂਰਤ ਲੁਭਾਵਣਾ ਨਾਮ ਦਿੱਤਾ, ਜਿਹਦਾ ਮਤਲਬ ਉਹੀ ਚੰਗੀ ਤਰ੍ਹਾਂ ਸਮਝਦਾ ਸੀ ਜਾਂ ਉਹਦੇ ਨੇੜੇ ਦੇ ਜਿਹੜੇ ਅੱਜ ਸੌਫਟ ਹਿੰਦੂਤਵਾ ਦੇ ਪੈਰੋਕਾਰ ਨੇ ਕਾਂਗਰਸ ਦੇ ਝੰਡੇ ਥੱਲੇ, ਜਾਂ ਉਸ ਤੋਂ ਪਹਿਲਾਂ ਨਰਸਿਮਹਾ ਰਾਓ ਹੋਏ, ਰਾਜੀਵ ਗਾਂਧੀ ਹੋਏ ਜਾਂ ਨਹਿਰੂ ਵੀ ਹੋਏ। ਭਾਵੇਂ ਨਹਿਰੂ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਪਰ ਇਹਦੇ ਬਾਵਜੂਦ ਉਸ ਨੇ ਉਸ ਜਿਹੜਾ ਹਿੰਦੂ ਰਾਜ ਦੇ ਕਨਸੈਪਟ ਨੂੰ ਸੈਕੂਲਰਿਜ਼ਮ ਦੇ ਨਾਂ ਥੱਲੇ ਲਾਗੂ ਕੀਤਾ, ਔਰ ਉਹ ਜ਼ਾਹਰ ਹੈ ਕਿ ਲੁਭਾਵਨਾ ਨਾਮ ਸੀ ਰਾਮ ਰਾਜ ਜੀ। ਹੁਣ ਜਦੋਂ ਇਹ ਆਮ ਲੋਕਾਂ ਨੂੰ ਤੁਸੀਂ ਕਹੋਗੇ, ਉਹਦਾ ਮਤਲਬ ਇਹ ਹੋਏਗਾ ਕਿ ਜੀ ਰਾਮ ਰੱਬ ਦਾ ਨਾਂ ਹੈ, ਰਾਜ ਵੀ ਰੱਬ ਦਾ ਰਾਜ, ਜਿੱਥੇ ਕਿ ਕਿਸੇ ਨਾਲ ਧੱਕਾ ਨਹੀਂ ਹੋਏਗਾ, ਸਭ ਨੂੰ ਰਿਸੋਰਸ ਬਰਾਬਰ ਹੋਣਗੇ, ਦੂਜਾ ਹੋਏਗਾ। ਪਰ ਇਹਨਾਂ ਦੇ ਜਦੋਂ ਅਸੀਂ ਹੁਣ ਬਾਬਰੀ ਮਸਜਿਦ ਨੂੰ ਢਾਹ ਕੇ ਜਿਹੜਾ ਉਹ ਆਲਮੋਸਟ ਉਸ ਦੀ ਥਾਂ ਤੇ ਮੰਦਿਰ ਬਣਾਉਣ ਦੀਆਂ ਤਿਆਰੀਆਂ, ਕਿ ਮੰਦਿਰ ਬਣਨ ਤੇ ਹੀ ਹੈ, ਹੁਣ ਸੁਪਰੀਮ ਕੋਰਟ ਦਾ ਇੱਕ ਫਾਈਨਲ ਡਿਸੀਜਨ ਦੀ ਇੰਤਜ਼ਾਰ ਹੈ, ਨਾ ਹੋਇਆ ਤੇ ਆਰਡੀਨੈਂਸ ਜਾਰੀ ਕਰ ਲੈਣਗੇ। ਸੋ ਉਦੋਂ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਗਾਂਧੀ ਵਿਚਲਾ ਰਾਮ ਰਾਜ ਕੀ ਹੈ। ਹਾਲਾਂ ਉਹਦੇ ਜਿਹੜੇ ਭਜਨ ਵੀ ਦੱਸ ਰਹੇ ਸੀ, ਰਘੁਬਰ ਰਾਗ ਵਿਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ, ਕਿ ਵੀ ਉਹਦਾ ਰਾਮ ਰਾਜ ਤੇ ਸੀਤਾ ਦੇ ਰਾਮ ਵਾਲਾ, ਤੇ ਉਹ ਸੀਤਾ ਰਾਮ ਔਰ ਦੂਸਰਾ ਜਿਹੜਾ ਉਹਦੇ ਚ ਦੋ ਚਾਰ ਤੁਸੀਂ ਸੈਕੂਲਰ ਵੀ ਲਾਈਨਾਂ ਜੋੜ ਦਿਓ ਕਿ ਈਸ਼ਵਰ ਅੱਲਾ ਤੇਰੇ ਨਾਮ ਸਭ ਕੋ ਸਨਮਤੀ ਦੇ ਭਗਵਾਨ। ਹੁਣ ਲੱਗਦਾ ਸੀ ਲੋ ਜੀ ਅੱਲਾ ਵਾਲਿਆਂ ਨੂੰ, ਔਰ ਇਹੀ ਕਾਰਨ ਸੀ ਕਿ ਉਹ ਜਿਹੜੇ ਲੋਕ ਗਾਂਧੀ ਦੇ ਸੈਕੂਲਰਿਜ਼ਮ ਦੇ ਵੈਬ 'ਚ ਫਸੇ, ਉਹਨਾਂ 'ਚ ਸਿੱਖ ਵੀ ਫਸੇ, ਅਕਾਲੀ ਲੀਡਰ ਵੀ, ਉਹਨਾਂ 'ਚ ਪਖਤੂਨ ਵੀ, ਖਾਨ ਅਬਦੁਲ ਗਫਾਰ ਖਾਨ ਵਰਗੇ ਜਿਹੜੇ ਸੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਸੈਕੂਲਰ ਔਰ ਦੂਸਰਾ ਤੀਸਰਾ। ਲੇਕਿਨ ਉਹਦੇ ਵਿਚਲਾ ਜਿਹੜਾ, ਔਰ ਅੱਜ ਜਦੋਂ ਅਸੀਂ ਬੜੇ ਧੜੱਲੇ ਦੇ ਨਾਲ RSS ਉਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨ ਵੱਲ, ਆਪਣੇ ਐਲਾਨ ਤੋਂ ਬਾਅਦ ਐਲਾਨ ਕਰਨ ਵੱਲ ਜਾ ਰਿਹਾ, ਔਰ 2022 ਔਰ ਡੇਟ ਲਾਈਨ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਿੰਦੂ ਰਾਜ ਜਿਸ ਦਾ ਨਾਂ ਗਾਂਧੀ ਨੇ ਰਾਮ ਰਾਜ ਰੱਖਿਆ ਹੈ, ਔਰ ਅੱਜ ਰਾਮ ਲੱਲਾ ਕਾ ਮੰਦਿਰ ਵਹੀਂ ਬਣਾਏ ਗਏ ਦੇ ਥੱਲੇ ਜਿਹੜੀ 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜਨ ਤੱਕ ਗੱਲ ਗਈ, ਇਸ ਦੀਆਂ ਫਾਊਂਡੇਸ਼ਨਸ ਵੀ ਔਰ ਵੱਡੇ ਤੌਰ ਦੇ ਉੱਤੇ ਕਿਲਾਬੰਦੀ ਵੀ ਗਾਂਧੀ ਨੇ ਕੀਤੀ। ਗਾਂਧੀ ਦੇ ਅੰਦਰ ਬੜੀ ਕਲੀਅਰਲੀ ਜਿਹੜਾ ਉਹ ਹਿੰਦੂ ਥਾਟ ਉਹਨੂੰ ਹੀ ਉਹਨੇ ਇੰਟਰਪ੍ਰੇਟ ਕੀਤਾ। ਔਰ ਮੈਂ ਕਈ ਵਾਰ ਇਹ ਦੇਖਦਾ ਹਾਂ ਵੀ ਕਿਸ ਲੈਵਲ ਤੇ ਲੋਕ ਡਿਊਪ ਹੁੰਦੇ ਨੇ। ਉਹ ਐਨੀ ਬੈਸੈਂਟ ਵਰਗੀ ਹੋਏ ਆਇਰਿਸ਼ ਲੇਡੀ ਜਿਹੜੀ ਉੱਥੇ ਜਾ ਕੇ ਕਾਂਗਰਸ ਦੇ ਨਾਲ ਜੁੜੀ ਰਹੀ, ਕੁਝ ਅਮਰੀਕਨ, ਕੁਝ ਦੂਜੀਆਂ ਅਮਰੀਕਨ ਬੀਬੀਆਂ ਜਾਂ ਕੁਝ ਬੰਦੇ ਵੀ, ਉਹਨਾਂ ਨੂੰ ਕਿਉਂ ਸਮਝ ਨਹੀਂ ਆਇਆ? ਉਹ ਗਾਂਧੀ ਚੋਂ ਦੇਖਦੇ ਸੀ ਕਿ ਜੀ ਦੇਖੋ ਕਿਵੇਂ ਇਹਨੇ ਆਪਣੇ ਬੈਰਿਸਟਰੀ ਦੇ ਕੋਟ ਪੈਂਟ ਲਾ ਤੇ ਧੋਤੀ ਬੰਨ ਲਈ, ਚਰਖਾ ਕੱਤਦਾ, ਬੱਕਰੀ ਜਿਹੜੀ ਹੈ ਉਹਦਾ ਦੁੱਧ ਪੀਂਦਾ। ਹੁਣ ਉਹਨਾਂ ਨੂੰ ਜਿਹੜੇ ਇਹ ਲੋਕ ਆਪ ਇੱਕ ਲਗਜ਼ਰੀ ਦੀ ਲਾਈਫ, ਇੱਕ ਆਸ਼ੋ ਇਸ਼ਰਤ ਦੀ, ਉਹਨਾਂ ਨੂੰ ਉਹ ਬੜੀ ਸਿੰਪਲਿਸਿਟੀ ਲੱਗਦੀ ਸੀ। ਪਰ ਜੇ ਤੁਸੀਂ ਉਹਦੀਆਂ ਅਦਰਵਾਈਜ਼ ਨੁਆਂਸਿਸ ਦੇਖੋ, ਉਹਦੀ ਆਈਡੀਓਲੋਜੀ ਦੇਖੋ, ਉਸਨੇ ਕਿਸ ਕਿਸਮ ਦਾ ਪਿਛੜਾਪਨ ਉਹਦੇ ਮਾਈਂਡ ਦੇ ਵਿੱਚ ਸੀ। ਉਹਦੇ 'ਚ ਕਿਸੇ ਨੇ, ਸ਼ਾਇਦ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖ 'ਚ ਲਿਖਿਆ ਕਿ ਵੀ ਜਦੋਂ ਗਾਂਧੀ ਇੰਗਲੈਂਡ ਆਇਆ ਔਰ ਜਿਸ ਯੂਨੀਵਰਸਿਟੀ 'ਚੋਂ ਪੜ੍ਹਦੇ ਸੀ ਕੈਂਬਰਿਜ, ਉੱਥੇ ਵੀ ਜਿਹੜੇ ਕੋਈ ਇਕਨੋਮਿਕਸ ਦਾ ਪ੍ਰੋਫੈਸਰ ਸੀ, ਉਹਨਾਂ ਨੇ ਗਾਂਧੀ ਨੂੰ ਸੱਦਿਆ ਯੂਨੀਵਰਸਿਟੀ 'ਚ, ਕਹਿਣ ਲੱਗਿਆ ਕਿ ਵੀ, ਔਰ ਕਹਿੰਦੇ ਵੀ ਜਦੋਂ ਉਹ ਬੋਲ ਕੇ ਜਾਂ ਗਾਂਧੀ ਚਲਾ ਗਿਆ ਤਾਂ ਉਹਨੇ ਕਿਹਾ ਪ੍ਰੋਫੈਸਰ ਨੇ 1 to 1 ਗੱਲਬਾਤ ਕਿ ਦਿਸ ਮੈਨ ਨੋਜ਼ ਨਥਿੰਗ ਅਬਾਊਟ ਇਕਨੋਮਿਕਸ। ਔਰ ਹੁਣ ਵੀ ਅੱਜ ਵੀ ਕਹਿਣਗੇ ਅਸੀਂ ਗਾਂਧੀ ਦੇ ਡ੍ਰੀਮ ਦਾ ਭਾਰਤ ਪਿੰਡ ਲੈਵਲ ਦੇ ਉੱਤੇ ਡਿਵੈਲਪਮੈਂਟ। ਹੁਣ ਗੱਲ ਇਹ ਹੈ ਕਿ ਵੀ ਚਰਖਾ ਚਲਾ ਕੇ ਆਜ਼ਾਦੀ ਦੀ ਗੱਲ
ਉਹਦੇ ਤੇ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸਾਡੇ ਬੜੇ ਵੱਡੇ ਸਕਾਲਰ ਹੋਏ ਨੇ, ਜੀ ਫਿਲਾਸਫਰ ਸਕਾਲਰ, ਉਹਨਾਂ ਨੇ ਕਿਹਾ ਵੀ ਜਿਹੜਾ ਗਾਂਧੀ ਦੀ ਬੜੀ ਵੱਡੀ ਹੈ, ਸਾਡੇ ਤਾਂ ਉਹਨਾਂ ਦੀ ਉਹ ਕਿਤਾਬ ਵੀ ਹੈ ਜਿਹੜੀ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ ਸੀ, ਸਿਸਟਰਸ ਆਫ ਦਾ ਸਪਿਨਿੰਗ ਵੀਲ, ਕਿ ਸਾਡੇ ਤਾਂ ਹਰ ਘਰ ਦੀ ਸੁਆਣੀ ਸਾਡੇ ਪੰਜਾਬ ਦੀ ਧਰਤੀ ਤੇ ਜਿਹੜੀ ਹੈ ਉਹ ਚਰਖਾ ਕੱਤਦੀ ਹੈ। ਉਹ ਤਾਂ ਘਰਾਂ ਦੇ ਖੇਸ ਹੋਣ ਦੂਜੇ ਹੋਣ, ਉਹਨਾਂ ਨੂੰ ਕੋਈ ਗਾਂਧੀ ਦੀ ਲੋੜ ਤਾਂ ਨਹੀਂ ਹੈ। ਪਰ ਗਾਂਧੀ ਨੇ ਆਪਣੇ ਇੱਕ ਗੱਲ ਉਹਨੇ ਦੇਖ ਲਿਆ ਵੀ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਬੰਦਾ ਲੰਗੋਟੀ ਬੰਨ੍ਹਦਾ ਹੈ, ਸਾਦਾ ਹੈ, ਭਗਵਾ ਸਦੀਆਂ ਤੋਂ ਬ੍ਰਾਹਮਣਾਂ ਨੇ ਐਸਾ ਹੋਲੀ ਮੈਨ ਸਾਧੂ ਦਾ ਰੂਪ ਦੇ ਦਿੱਤਾ ਹੈ ਵੀ ਉਹਦੇ ਥੱਲੇ ਤੁਹਾਡਾ ਸਭ ਕੁਝ ਲੁਕ ਜਾਂਦਾ ਹੈ ਜੀ। ਉਹਦੇ ਆਪਣਾ ਜਿਹੜਾ ਅਸਲੀ ਉਸ ਦਾ ਥਾਟ ਸੀ ਹਿੰਦੂਤਵਾ ਦਾ ਉਹ ਵੀ ਲੁਕਿਆ, ਉਹਦੇ ਵਿਚਲੀਆਂ ਪੈਡੋਫਾਈਲ ਔਰ ਬਦਕਾਰੀਆਂ ਔਰ ਦੂਸਰੇ ਵੀ ਲੁਕੇ, ਔਰ ਉਸ ਸਾਰੇ ਦੇ ਥੱਲੇ ਹੀ ਜਿਹੜਾ ਗਾਂਧੀ ਨੇ ਆਪਣਾ ਜਿਹੜਾ ਸੌਦਾ ਵੇਚਿਆ ਲੋਕਾਂ 'ਚ, ਮਹਾਤਮਾ ਹੋ ਗਏ। ਔਰ ਜਿਵੇਂ ਲਾਰਡ ਵਾਵਲ ਨੇ ਆਪਣੀ ਖੁਫੀਆ ਡਾਇਰੀਆਂ ਦੇ ਵਿੱਚ, ਖੁਫੀਆ ਜਿਹੜੀ ਉਦੋਂ ਕੌਨਫੀਡੈਂਸ਼ੀਅਲ ਸੀ, ਜ਼ਾਹਰ ਹੈ ਹੁਣ ਪਬਲਿਕ ਹੈ, ਉਹਦੇ 'ਚ ਲਿਖਿਆ ਕਿ ਭਈ ਆਈ ਡੋਂਟ ਨੋ ਵਾਈ ਪੀਪਲ ਕਾਲ ਹਿਮ ਮਹਾਤਮਾ, ਹੀ ਇਜ਼ ਅ ਵੈਰੀ ਸ਼ਰੂਡ ਪੋਲੀਟੀਸ਼ੀਅਨ। ਔਰ ਕਿ ਵੀ ਉਹ ਇਹ ਤਾਂ ਬਿਲਕੁਲ ਜਿਹੜਾ ਬੜਾ ਚਤੁਰ ਬਣੀ ਹੈ, ਉਹਨੇ ਉਹਦੇ ਪਿੱਛੇ ਪੈ ਗਿਆ, ਹਾਲਾਂ ਇਹ ਆਪ RSS ਉਹਨੇ ਕਿਹਾ ਉਹ ਚਤੁਰ ਬਣਿਆ ਥਾ, ਜ਼ਾਹਰ ਹੈ ਚਤੁਰ ਬਣਿਆ ਸੀ। ਔਰ ਇਹੀ ਗੱਲ ਜਿਹੜਾ ਜਦੋਂ ਅਸੀਂ ਕਾਇਦੇ ਆਜ਼ਮ, ਸਾਡੇ ਬਹੁਤ ਸਾਰੇ ਹੁਣ ਦਰਸ਼ਕ ਜਦੋਂ ਸਾਨੂੰ ਲਿਖਦੇ ਨੇ, ਇੱਕ ਵੀਰ ਨੇ ਸ਼ਾਇਦ ਕਰਾਚੀ ਤੋਂ ਲਿਖਿਆ ਹੈ, ਉਹ ਸਾਰੀਆਂ ਚਿੱਠੀਆਂ ਅਸੀਂ ਪੜ੍ਹ ਨਹੀਂ ਸਕਦੇ, ਤੇ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਪਾਕਿਸਤਾਨ 'ਚ ਰਹਿੰਦਾ ਤੇ ਬਹੁਤ ਸਾਰੀ ਕਾਇਦੇ ਆਜ਼ਮ ਬਾਰੇ ਜਾਂ ਮੁਸਲਮਾਨਾਂ ਬਾਰੇ ਜਾਂ 47 ਤੋਂ ਪਹਿਲਾਂ ਦੇ ਮਾਹੌਲ ਬਾਰੇ ਜੋ ਸੱਚੋ ਸੱਚ ਦੇਖ ਕੇ ਸਾਨੂੰ ਪਤਾ ਲੱਗਦਾ ਹੈ, ਸਾਡੇ ਇੱਥੋਂ ਦੇ ਜਿਹੜੇ ਨੇ ਮੀਡੀਆ ਜਾਂ ਦੂਜੇ 'ਚ ਜਾਂ ਸਕਾਲਰ ਸਾਡੇ ਗੱਲਾਂ ਕਿਉਂ ਨਹੀਂ ਦੱਸਦੇ। ਔਰ ਮੈਂ ਸਮਝਦਾ ਹਾਂ ਵੀ ਕਿਉਂਕਿ ਸਾਡੀ ਸਟਰਗਲ ਆਪਣੀ ਆਜ਼ਾਦੀ ਲਈ ਹੈ, ਅਸੀਂ ਇਸ ਕਰੈਕਟਰ ਨੂੰ, ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ, ਇਹਨਾਂ ਦੇ ਟੈਕਟਿਕਸ ਨੂੰ, ਇਹਨਾਂ ਦੇ ਤੌਰ ਤਰੀਕਿਆਂ ਨੂੰ ਜਦੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜ਼ਾਹਰ ਹੈ ਜਿਵੇਂ ਮੈਂ ਕਿਹਾ ਵੀ ਮੇਰੇ ਆਈਡੀਅਲ ਜਦੋਂ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ ਨੇ, ਕਿ ਇਸ ਸਭ ਦੇ ਬਾਵਜੂਦ ਜਿਨ੍ਹਾਂ ਦੇ ਚੱਕਰ ਵਿਊ ਦੇ ਵਿੱਚ ਸਾਡੀ ਸਾਰੀ ਲੀਡਰਸ਼ਿਪ ਫਸੀ, ਸਿੱਖ ਕੌਮ ਦਾ ਵੱਡਾ ਹਿੱਸਾ ਜਿਹੜਾ ਗਾਂਧੀ ਦੇ ਉਸ ਕਪਟ ਨੂੰ ਨਹੀਂ ਸਮਝ ਸਕਿਆ, ਸੋ ਉਹਨਾਂ ਨੇ ਉਹਨੂੰ ਸਮਝਿਆ ਜਦੋਂ ਉਹਨਾਂ ਨੇ ਕਿਹਾ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਜਦੋਂ ਵੀ ਮੈਨੂੰ ਮਿਲਣ ਆਇਆ ਦਿਲ 'ਚ ਕਪਟ ਛਪਾ ਕੇ ਆਇਆ, ਧੋਖਾ ਦੇਣਾ ਹੈ। ਔਰ ਉਹਨਾਂ ਨੂੰ ਕਦੇ, ਜਦੋਂ ਗਾਂਧੀ ਦੀ ਹੱਤਿਆ ਹੋਈ, ਅਸੈਸੀਨੇਸ਼ਨ ਹੋਈ, ਜਿਹੜੀ ਕਾਇਦੇ ਆਜ਼ਮ ਨੇ ਟੈਲੀਗ੍ਰਾਮ ਅਫਸੋਸ ਦੀ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ MK ਗਾਂਧੀ। ਉਹ ਕਦੇ ਮਹਾਤਮਾ ਨਹੀਂ ਸੀ ਕਹਿੰਦਾ ਉਹਨੂੰ, MK ਗਾਂਧੀ। ਹੁਣ ਗ੍ਰੇਟ ਹਿੰਦੂ ਲੀਡਰ, ਇਹ ਲਫ਼ਜ਼ ਇੰਪੋਰਟੈਂਟ ਹੈ ਕਿ ਜਿਸ ਮੁੱਦੇ ਦੇ ਉੱਤੇ ਸਾਰਾ ਪਾਰਟ ਖਲੋਤਾ ਹੈ ਔਰ ਜਿਸ ਦੇ ਉੱਤੇ ਫਿਰ ਜੋਤਸ਼ੀਆਂ ਤੋਂ, ਜੇ ਤੁਸੀਂ ਫਰੀडम ਐਟ ਮਿਡਨਾਈਟ ਪੜ੍ਹੋ ਕਿ ਕਿਵੇਂ ਈਵਨ 15 ਅਗਸਤ ਦੀ ਤਰੀਕ ਵੀ ਕਿਵੇਂ ਚੁਣੀ ਗਈ, ਔਰ ਫਿਰ ਉਸ ਸਾਰੇ ਚੋਂ ਕਿਵੇਂ ਕਾਂਗਰਸ ਨੇ ਬੇਸ਼ੱਕ ਸੈਕੂਲਰਿਜ਼ਮ ਦੀ ਆੜ ਥੱਲੇ ਜਿਹੜਾ ਉਹ ਸਾਰਿਆਂ ਨੂੰ, ਔਰ ਦੂਸਰਾ ਡਾਕਟਰ BR ਅੰਬੇਦਕਰ, ਡਾਕਟਰ ਅੰਬੇਦਕਰ ਜਿਹੜੇ ਨੇ ਉਸ ਗਾਂਧੀ ਨੂੰ ਸਮਝਦੇ ਸੀ। ਔਰ ਮੈਂ ਸਮਝਦਾ ਵੀ ਇੱਕ ਅਫਸੋਸਨਾਕ ਆਸਪੈਕਟ ਸ਼ਾਇਦ ਉਦੋਂ ਡਾਕਟਰ ਅੰਬੇਦਕਰ ਅਜੇ ਇਨੀਸ਼ੀਅਲ ਈਅਰਸ ਸੀ, ਉਹ ਜਿਹੜਾ ਉਹਨਾਂ ਦਾ ਉਹਦੇ ਕੋਲ ਨੈਟਵਰਕਿੰਗ ਵੀ ਨਾ ਹੋਏਗੀ, ਖੌਫ ਵੀ, ਜਿੰਨਾ ਹਿੰਦੂ ਤਵੀਆਂ ਨੇ ਦਲਿਤਾਂ ਦੇ ਉੱਤੇ ਜ਼ੁਲਮ ਕਰਕੇ ਔਰ ਜਿਵੇਂ ਉਹਨਾਂ ਦੇ ਖਿਲਾਫ ਰਾਈਟਿੰਗ ਸ਼ੁਰੂ ਕਰ ਦਿੱਤੀ ਸੀ ਕਿ ਉਹਨਾਂ ਨੇ ਪੂਨਾ ਪੈਕਟ ਗਾਂਧੀ ਦੇ ਨਾਲ ਕਰ ਲਿਆ। ਨਹੀਂ ਤਾਂ ਜਿਸ ਲਾਈਨ ਦੇ ਉੱਤੇ ਜਿਵੇਂ ਕਾਇਦੇ ਆਜ਼ਮ 1940 ਚ 23 ਮਾਰਚ 1940 ਨੂੰ ਪਾਕਿਸਤਾਨ ਦਾ ਮਤਾ ਕਰਕੇ ਫਿਰ ਉਹਨਾਂ ਨੇ ਡਾਇਰੈਕਸ਼ਨ ਸਾਫ਼ ਲੈ ਲਈ, ਕਾਸ਼ ਡਾਕਟਰ ਅੰਬੇਦਕਰ ਨੇ ਵੀ ਉਹ ਥਾਟ ਜਿਹੜਾ ਹੈ ਉਸ ਨੂੰ ਬਿਲਕੁਲ ਬਿਨਾਂ ਕੰਪਰੋਮਾਈਜ਼ ਤੋਂ ਤੋਰਿਆ ਹੁੰਦਾ ਤੇ ਅੱਜ ਸ਼ਾਇਦ, ਹੁਣ ਅੱਜ ਜੇ ਅਸੀਂ ਹਿੰਦੂਤਵਾ ਦਾ ਇਹ ਦੇਖੀਏ ਦੈਂਤ ਜਿਹੜਾ ਜਿੱਥੇ ਅਕਲੀਅਤਾਂ ਨੂੰ, ਘੱਟ ਗਿਣਤੀਆਂ ਨੂੰ, ਸਿੱਖਾਂ, ਮੁਸਲਮਾਨਾਂ, ਈਸਾਈਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਔਰ ਜ਼ਬਤ ਕਰਨ ਵੱਲ ਹੈ, ਇਸ ਵੇਲੇ ਸਭ ਤੋਂ ਵੱਡੇ ਵਿਕਟਮ ਦਲਿਤ ਨੇ, ਉਹ ਗੁਜਰਾਤ ਦੇ ਹੋਣ, ਯੂਨੀਵਰਸਿਟੀਆਂ 'ਚ ਹੋਣ, ਦੂਸਰੇ ਹੋਣ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਪੂਨਾ ਪੈਕਟ ਸੀ ਜਿਹਦੇ ਥੱਲੇ ਗਾਂਧੀ ਨੇ ਵਰਤ ਰੱਖਿਆ ਕਿ ਵੀ ਅਸੀਂ ਕਾਸਟ ਸਿਸਟਮ ਵੀ ਰੱਖਣਾ ਹੈ ਤੇ ਦਲਿਤਾਂ ਨੂੰ ਵੀ ਜਿਹੜਾ ਉਹ ਅੱਡ ਨਹੀਂ ਜਾਣ ਦੇਣਾ, ਨਾ ਵੀ ਉਹਨਾਂ ਲਈ ਹਰੀਜਨ ਰੱਖਿਆ ਜਿਹੜਾ ਕਿ ਗੁਜਰਾਤੀ ਜ਼ਬਾਨ ਦਾ ਇੱਕ ਬੜਾ ਗਲਤ ਲਫ਼ਜ਼ ਹੈ ਜਿਸ ਨੂੰ ਫਿਰ ਦੁਰਕਾਰਿਆ ਔਰ ਨਕਾਰਿਆ ਡਾਕਟਰ ਅੰਬੇਦਕਰ ਨੇ ਕਿ ਭਾਈ ਇਹ ਤਾਂ ਜਿਹੜੀਆਂ ਦੇਵਦਾਸੀਆਂ ਮੰਦਰਾਂ 'ਚ ਨੇ ਉਹਨਾਂ ਦੀ ਔਲਾਦ ਜਿਹੜੇ ਉਹਨਾਂ ਦੇ ਪੁਜਾਰੀਆਂ ਦੇ ਕੁਕਰਮ ਦੇ ਨਾਲ ਨਿਕਲਦੇ, ਉਹਨੂੰ ਹਰੀਜਨ ਕਹਿੰਦੇ ਸੀ ਜੀ। ਇਹ
ਉਹ ਤਾਂ ਉਹਨਾਂ ਦਾ ਨਾਮ ਵੀ ਹਰੀਜਨ ਬਣਾ ਦਿੱਤਾ। ਸੋ ਉਹਦੇ ਚੋਂ ਤਾਂ ਨਿਕਲ ਗਏ। ਲੇਕਿਨ ਹੁਣ ਤੁਸੀਂ ਅੱਜ ਇਹਨਾਂ ਦੀ ਹਕੂਮਤ ਹੈ ਯੂਪੀ ਦੇ ਵਿੱਚ, ਉਹ ਕਹਿ ਰਿਹਾ ਕਿ ਯੂਜ਼ ਦਾ ਵਰਡ ਸ਼ਡਿਊਲ ਕਾਸਟ ਨਾਟ ਦਲਿਤ। ਇਹ ਇਹਨਾਂ ਨੂੰ ਜਿੱਥੇ ਇੰਨਾ ਕ੍ਰਾਈਮ ਹੈ, ਝੂਠੇ ਮੁਕਾਬਲੇ ਹੋ ਰਹੇ ਨੇ, ਉੱਥੇ ਉਹਨਾਂ ਨੂੰ ਇਹ ਫਿਕਰ ਹੈ ਕਿ ਜੀ ਇਹ ਲਫ਼ਜ਼ ਦਲਿਤ ਕਿਉਂ ਇਸਤੇਮਾਲ ਕਰ ਰਹੇ ਨੇ, ਜਿਹਦਾ ਮਤਲਬ ਡਾਊਨ ਟਰੋਡਨ ਹੈ। ਸੋ ਜ਼ਾਹਿਰ ਹੈ ਕਿ ਕਾਇਦੇ ਆਜ਼ਮ ਇਸ ਖੇਡ ਨੂੰ ਸਮਝ ਗਏ, ਔਰ ਜਦੋਂ ਤੁਹਾਨੂੰ ਇਹ ਪਤਾ ਹੈ ਕਿ ਭਾਈ ਇਹ ਤਾਂ ਕਪਟੀ ਬੰਦਾ ਹੈ ਔਰ ਇਨ ਦਾ ਐਂਡ ਆਫ ਦਾ ਡੇ ਸੈਕੂਲਰਿਜ਼ਮ ਦਾ ਲਬਾਦਾ ਹੈ, ਸੋ ਇਹੀ ਜਦੋਂ ਅੱਜ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਹਿੰਦੂਤਵਾ ਦਾ ਰਾਜ ਦਾ ਕਨਸੈਪਟ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਬਣਾਉਣ ਤੱਕ ਪਹੁੰਚ ਗਿਆ ਹੈ, ਇਸ ਦੀਆਂ ਫਾਊਂਡੇਸ਼ਨਸ ਵੀ ਕਿਲਾਬੰਦੀ ਵੀ ਗਾਂਧੀ ਨੇ ਕੀਤੀ। ਔਰ ਈਵਨ ਜੇ ਅਸੀਂ ਜਿਵੇਂ ਤੁਸੀਂ ਕਿਸੇ ਆਪਣੇ ਨੁਕਤੇ ਨੂੰ ਪ੍ਰੂਵ ਕਰਨ ਦੇ ਲਈ ਕੋਈ ਟੈਸਟ ਕੇਸ ਲੈਂਦੇ ਹੋ, ਔਰ ਜ਼ਾਹਿਰ ਹੈ ਕਿ ਵੀ ਗਾਂਧੀ ਨੇ ਜਿਵੇਂ ਸਾਡੀ ਟੈਕਨੀਕਲ ਟੀਮ ਵਾਲੇ ਗੱਲ ਚੱਲੀ ਕਿ ਵੀ ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਕਿ 골ਡ ਮੈਡਲ ਜਿਹੜਾ ਹੈ ਉਹਨੂੰ ਸਿਵਲ 골ਡ ਮੈਡਲ ਦਿੱਤਾ ਜਾਏ ਗਾਂਧੀ ਨੂੰ, ਤੇ ਉਹਨਾਂ ਨੇ ਹਾਸੇ 'ਚ ਕਿਹਾ ਵੀ ਉਹ ਫਿਰ ਉਹਦੀ ਬੱਕਰੀ ਦੇ ਗਲੇ 'ਚ ਹੀ ਪਾ ਦੇਣਾ ਚਾਹੀਦਾ ਹੈ, ਜਿਵੇਂ ਬੱਕਰੀ ਨੂੰ ਸਿੰਬੋਲਿਜ਼ਮ ਬਣਾ ਕੇ ਇਸਤੇਮਾਲ ਕੀਤਾ ਔਰ ਉਹ ਸਾਰੇ ਨੂੰ ਗਾਂ ਰੱਖਿਆ। ਹੁਣ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਆਲ ਆਫ ਏ ਸਡਨ ਜਿਹੜਾ ਹੈ ਗਾਂ ਦੀ ਪੂਜਾ ਦੇ ਨਾਂ ਥੱਲੇ ਕਾਊ ਸਲੌਟਰ ਦੇ ਅਗੇਂਸਟ ਕਿੰਨੀਆਂ ਸਟੇਟਾਂ 'ਚ ਲਾਅ ਬਣ ਗਏ, ਲਿੰਚਿੰਗਸ ਹੋ ਰਹੀਆਂ। ਤੇ ਜੇ ਤੁਸੀਂ ਦੇਖਣਾ ਕਿ ਇਹਦੀਆਂ ਜੜ੍ਹਾਂ ਕਿੱਥੇ ਲਾਈ ਕਰਦੀਆਂ, ਸ਼ੰਕਰਾ ਜਾਂ RSS ਜਾਂ ਦੂਜੇ ਤਾਂ ਉਦੋਂ ਅਜੇ ਉਨੇ ਵੀ ਨਹੀਂ ਸੀ ਕਿ ਵੀ ਆਪਣੀ ਉਹਨਾਂ ਦੀ ਆਵਾਜ਼ ਆਪਣੇ ਕਮਰੇ ਤੋਂ ਬਾਹਰ ਜਾਂਦੀ, ਜਿਹਨੂੰ ਟਾਂਗਾ ਪਾਰਟੀ ਕਹਿੰਦੇ ਨੇ, ਇੰਨੇ ਕੁ ਬੰਦੇ ਇਹਨਾਂ ਦੇ ਨਾਲ ਸ਼ੁਰੂ 'ਚ ਸੀ। ਪਰ ਗਾਂਧੀ ਨੇ ਉਹਦਾ ਤੁਸੀਂ ਪੜ੍ਹ ਲਓ, ਉਹਨੇ ਗਾਂ ਨੂੰ ਮਾਤਾ ਪੂਜਣ ਯੋਗ ਔਰ ਗਾਂ ਦੇ ਸਲਾਟਰ ਦੇ ਖਿਲਾਫ, ਹਾਂ ਉਹਨੇ ਇਹ ਕਿਹਾ ਕਿ ਜੀ ਇਹ ਭਾਰਤ ਵਿਚਲੇ ਜਾਂ ਦੂਸਰੇ ਮੁਸਲਮਾਨ ਔਰ ਈਸਾਈ ਜਿਹੜੇ ਗਾਂ ਵੱਧ ਕਰਦੇ ਨੇ, ਜਿਹਨਾਂ ਨੂੰ ਜਦੋਂ ਉਹਨਾਂ ਨੂੰ ਖੁਦ ਰਿਅਲਾਈਜੇਸ਼ਨ ਹੋ ਜਾਏਗੀ ਤੇ ਉਦੋਂ ਜਿਹੜਾ ਹੋ ਜਾਏ। ਪਰ ਉਹਨੇ ਹੀ ਇਹ ਫਾਊਂਡੇਸ਼ਨਸ ਲੈ ਕੀਤੀਆਂ ਕਿ ਇਹ ਜਿਹੜੀ ਗਾਂ ਹੈ ਇਹ ਰਾਸ਼ਟਰ ਦੀ ਮਾਤਾ ਹੋਣੀ ਚਾਹੀਦੀ ਹੈ। ਜਿਵੇਂ ਹੁਣ ਹੋ ਗਿਆ, ਵੱਖਰੀ ਗੱਲ ਸੀ ਕਿ ਪਿਤਾ ਪਹਿਲਾਂ ਬਣਾਤਾ ਉਹਨੂੰ, ਹੁਣ ਉਹ ਜਦੋਂ ਸਰਕਾਰ ਬਣੀ ਆ ਉਹ ਮਾਤਾ ਬਣਾਉਣ ਵੱਲ ਤੁਰੇ ਨੇ। ਔਰ ਇਸ ਸਾਰੇ ਚੋਂ ਜਿਵੇਂ ਟੈਸਟ ਕੇਸ ਦੀ ਜੇ ਮੈਂ ਗੱਲ ਕਰਾਂ ਤੇ ਬਾਬਰੀ ਮਸਜਿਦ, ਜਿਸ ਇਸ਼ੂ ਨੂੰ ਅਸੀਂ ਰਿਪੀਟਡਲੀ ਡਿਸਕਸ ਕਰਦੇ, ਔਰ ਉਸ ਦੇ ਬਾਰੇ ਜੇ ਅਸੀਂ ਇੱਕ ਅੱਜ BBC ਦੇ ਵਿੱਚ ਸਟੋਰੀ ਕਿ ਵੀ ਕਿਵੇਂ ਜਿਹੜਾ ਮਿਥ ਹੈ, ਮਾਈਥੋਲੋਜੀ, ਕਿਉਂਕਿ ਗਾਂਧੀ ਨੇ ਆਪਣੀਆਂ ਰਾਈਟਿੰਗਸ 'ਚ ਉਹਦੇ ਕਹਿਣ ਦੇ ਸਟਾਈਲ ਜਿਹੜਾ ਸਾਰਾ ਹਿੰਦੂ ਮਿਥਿਹਾਸ ਸੀ ਉਹਨੇ ਇਤਿਹਾਸ ਬਣਾ ਕੇ ਪ੍ਰੈਜ਼ੈਂਟ ਕੀਤਾ ਔਰ ਹੌਲੀ ਜਿਹੜੇ ਲੋਕਾਂ ਦੀਆਂ ਯਾਦਾਂ ਦੇ ਵਿੱਚ ਉਸ ਸਾਰੇ ਦਾ ਜਿਹੜਾ ਪਹਿਲਾਂ ਹੀ ਉਹਦਾ ਸੂਖਮ ਰੂਪ ਸੀ ਉਹਦਾ ਸਥੂਲ ਰੂਪ ਬਣਨਾ ਸ਼ੁਰੂ ਹੋ ਗਿਆ। ਔਰ ਉਹਦੇ 'ਚ ਹਰ ਚੀਜ਼ ਨੂੰ ਕਿਸੇ ਨਾ ਕਿਸੇ ਦੇ ਨਾਲ, ਔਰ ਅੱਜ ਇੱਕ ਇੰਟਰਸਟਿੰਗ ਸਟੋਰੀ ਜਿਹੜੀ ਬਾਬਰੀ ਮਸਜਿਦ ਦੀ ਹਿਸਟਰੀ ਨੂੰ ਲੈ ਕੇ, ਉਹ ਬੇਸ਼ੱਕ RSS ਵਾਲਿਆਂ ਨੇ ਲਿਖੀ ਹੈ, ਉਸ ਦਾ ਉਹ ਪੱਤਰਕਾਰ ਹੈ, ਉਸ ਦਾ ਉਦਘਾਟਨ ਦੇ ਬਹੁਤੇ ਮੋਹਨ ਭਾਗਵਤ ਵੀ ਆਇਆ, ਅਮਿਤ ਸ਼ਾਹ ਵੀ ਆਇਆ, ਦੂਜਾ ਵੀ, ਤੇ BBC ਸਟੋਰੀ ਨੇ ਉਹਦੀ ਹੈਡਲਾਈਨ ਦਿੱਤੀ ਕਿ ਵੀ ਕਾਲੇ ਬੰਦਰ ਦੀ ਜਿਹੜੀ ਡਿਵਾਈਨਲੀ ਇੰਸਪੀਰੇਸ਼ਨ ਸੀ ਉਹਦੇ ਨਾਲ ਜਿਹੜਾ ਰਾਮ ਜਨਮ ਭੂਮੀ ਦਾ ਤਾਲਾ ਖੁੱਲੇ। ਹੁਣ ਇਹ ਲੰਬਾ ਚੌੜਾ ਆਰਟੀਕਲ ਹੈ, ਮੇਰੇ ਕੋਲ ਸਮਾਂ ਨਹੀਂ ਹੈ, ਲੇਕਿਨ ਉਹਦੇ 'ਚ ਇਹ ਹੈ ਕਿ ਵੀ ਇੱਕ ਕਿਸੇ ਨੇ 1 ਫਰਵਰੀ 1986 ਨੂੰ ਪਹਿਲੀ ਵਾਰ ਜਿਹੜਾ ਇਸ ਦਾ ਜੰਦਾ ਖੋਲ੍ਹਿਆ ਗਿਆ ਸੀ। ਜਿਹੜੀ ਮਸਜਿਦ ਪਹਿਲਾਂ 47 ਤੋਂ ਜਿਹੜੀ ਹੈ ਉਹਨੂੰ ਮਸਜਿਦ ਮੰਨ ਲਿਆ ਗਿਆ ਸੀ, ਲੇਕਿਨ ਉੱਥੇ ਨਮਾਜ਼ ਨਹੀਂ ਸੀ ਪੜ੍ਹੀ ਜਾਂਦੀ। ਜੇ ਤੁਸੀਂ ਉਹਦਾ ਦੇਖੋ ਵੀ ਤਾਂ ਢਾਂਚਾ ਤੁਹਾਨੂੰ ਪੁਰਾਣਾ ਲੱਗਦਾ ਹੈ, ਪਰ 1 ਫਰਵਰੀ 1986 ਨੂੰ ਜਿਹੜਾ ਉਹਦਾ ਖੁੱਲ੍ਹਣਾ ਸੀ, ਉਹਦਾ ਰੀਜ਼ਨ ਇਹ ਸੀ ਕਿ ਉਮੇਸ਼ ਚੰਦਰ ਪਾਂਡੇ ਉਹਨੇ ਫੈਜ਼ਾਬਾਦ ਦੀ ਅਦਾਲਤ 'ਚ ਇਹ ਅਰਜ਼ੀ ਦਿੱਤੀ ਕਿ ਇਸ ਦਾ ਜਿਹੜਾ ਤਾਲਾ ਖੋਲ੍ਹਿਆ ਜਾਣਾ ਚਾਹੀਦਾ, ਔਰ ਉਹਦੀ ਸੁਣਵਾਈ ਵੀ ਜਿਹੜਾ ਉਸ ਜ਼ਿਲ੍ਹੇ ਦਾ ਜੱਜ ਸੀ ਕ੍ਰਿਸ਼ਨ ਮੋਹਨ ਪਾਂਡੇ ਉਹ ਕਰ ਰਿਹਾ ਸੀ, ਜਿਹਨੇ ਤਾਲਾ ਖੋਲ੍ਹਣ ਦਾ ਆਦੇਸ਼ ਦਿੱਤਾ। ਔਰ ਉਸ ਸਾਰੇ 'ਚ ਜਿਹੜਾ ਉਹਨੇ ਇਹ ਕਿਹਾ ਕਿ ਵੀ ਉਹਨੂੰ ਜੱਜ ਨੂੰ ਪੁੱਛਿਆ ਕਿ ਵੀ ਕੋਈ ਟਾਈਟਲ ਨਹੀਂ, ਕੋਈ ਸਬੂਤ ਨਹੀਂ, ਤੂੰ ਕਿਵੇਂ ਖੋਲ੍ਹਣ ਦਾ ਕੀਤਾ? ਤੇ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਉਹਦੀ ਅਦਾਲਤ ਦੀ ਛੱਤ ਦੇ ਫਲੈਗ ਪੋਸਟ ਦੇ ਉੱਤੇ ਝੰਡੇ ਤੇ ਇੱਕ ਬਾਂਦਰ ਜਿਹੜਾ ਜਦੋਂ ਇਹ ਕੇਸ ਮੇਰੇ ਲੱਗਾ ਉਹ ਭੁੱਖਾ ਪਿਆਸਾ ਬੈਠਾ ਰਿਹਾ, ਤੇ ਜਿਸ ਬਾਂਦਰ ਵੱਲ ਦੇਖ ਕੇ ਮੈਨੂੰ ਲੱਗਦਾ ਸੀ ਕਿ ਵੀ ਸ਼ਾਇਦ ਹਨੂਮਾਨ ਜੀ ਆ ਕੇ ਮੈਨੂੰ ਕਹਿ ਰਹੇ ਨੇ ਕਿ ਵੀ ਨਹੀਂ ਇਹ ਰਾਮ ਮੰਦਰ ਹੀ ਹੈ, ਇਸ ਦਾ ਦਰਵਾਜ਼ਾ। ਸੋ ਜਿਹੜਾ ਔਰ ਇਹ ਉਹ ਪੱਤਰਕਾਰ ਦੇ ਉਸ ਪਾਠ ਚੋਂ ਵੀ ਸਾਹਮਣੇ ਆਉਂਦਾ। ਹੁਣ ਇਹ ਮੈਂ ਪਹਿਲਾਂ ਨਹੀਂ ਸੀ ਕਦੇ ਵੀ ਦੇਖਿਆ ਹੋਇਆ, ਤਾਂ ਮੈਨੂੰ ਲੱਗਾ, ਮੈਂ ਕਿਹਾ ਵਾਕਿਆ ਹੀ ਇਹ ਤਾਂ ਹਨੂਮਾਨ ਜੀ ਨੇ ਜਿਹੜਾ। ਔਰ ਹੁਣ ਇਹ ਵੀ ਸਾਹਮਣੇ ਆਇਆ ਜਦੋਂ ਅਸੀਂ ਦੇਖਦੇ ਹਾਂ ਵੀ ਕਿਵੇਂ
ਕਾਂਗਰਸ ਔਰ ਬੀਜੇਪੀ ਦੋਵੇਂ ਹੀ ਇੱਕ ਦੂਜੇ ਦੀਆਂ ਕੰਪਲੀਮੈਂਟਰੀ ਪਾਰਟੀਆਂ ਨੇ ਉਸ ਗਾਂਧੀ ਦੇ ਥੀਮ ਰਾਮ ਰਾਜ ਵੱਲ ਜਾਣ ਲਈ। ਹਾਲਾਂਕਿ ਦੀ ਆਇਰਨੀ ਸਿਚੁਏਸ਼ਨ ਦੀ ਹੈ ਵੀ ਗਾਂਧੀ ਨੇ ਫਾਊਂਡੇਸ਼ਨਸ ਕਿਲਾਬੰਦੀ ਕੀਤੀ ਰਾਮ ਰਾਜ ਦੀ, ਹਿੰਦੂ ਰਾਜ ਦੀ, ਪਰ ਜਿਨ੍ਹਾਂ ਦੇ ਅੰਦਰ ਹਿੰਦੂ ਮਹਾਸਭਾ ਰਾਹੀਂ RSS ਰਾਹੀਂ ਨਫ਼ਰਤ ਦੀ ਜਿਹੜੀ ਹੈ ਇੰਨੀ ਬਹੁਤਿਆਤ ਹੋ ਗਈ ਸੀ ਕਿ ਉਹ ਇੰਤਜ਼ਾਰ ਨਹੀਂ ਸੀ ਕਰਨਾ ਚਾਹੁੰਦੇ ਗਾਂਧੀ ਮਾਡਲ ਦਾ, ਤੇ ਉਹਨਾਂ ਨੇ ਸਾਵਰਕਰ ਰਾਹੀਂ ਨਥੂਰਾਮ ਗੋਡਸੇ ਖੜਾ ਕੀਤਾ ਜਿਹਨੇ ਗਾਂਧੀ ਦਾ ਮਰਡਰ ਕਰ ਦਿੱਤਾ ਕਿ ਵੀ ਇਹ ਇਮੀਡੀਏਟਲੀ ਇੰਪਲੀਮੈਂਟ ਹੋਣਾ ਚਾਹੀਦਾ। ਗਾਂਧੀ ਇਹ ਸਮਝਦਾ ਸੀ ਕਿ ਵੀ ਇਹਨਾਂ ਨੂੰ ਅਸੀਂ ਆਪਣੀ ਡੈਥ ਐਮਬਰੇਸ ਦੇ ਵਿੱਚ ਲਿਆ, ਜਿਹੜੀ ਕਿਲਿੰਗ ਗਲਵਕੜੀ ਦੇ ਵਿੱਚ ਲਿਆ, ਤੇ ਹੌਲੀ ਹੋ ਜਦੋਂ ਤੁਸੀਂ ਗਲਵਕੜੀ ਚ ਲੈਂਦੇ ਹੋ ਸਾਹ ਹੌਲੀ ਹੌਲੀ ਉਹਨੂੰ ਪਹਿਲਾਂ ਤੁਸੀਂ ਆਪਣੇ ਚ ਕਰਦੇ ਹੋ, ਤੇ ਉਹਨਾਂ ਦਾ ਸੀ ਕਿ ਵੀ ਇਹ ਚੌਪ ਆਫ ਕਰੋ ਹੈਡ। ਸੋ ਇੰਨਾ ਹੀ ਫਰਕ ਸੀ RSS ਆਈਡੀਓਲੋਜੀ ਔਰ ਗਾਂਧੀ ਦੀ ਆਈਡੀਓਲੋਜੀ। ਸੋ ਇਹ ਵੱਖਰੀ ਗੱਲ ਹੈ ਕਿ ਵੀ ਅੱਜ ਉਸੇ ਗਾਂਧੀ ਦੇ ਨਾਂ ਨੂੰ ਲੈ ਕੇ ਉਹਨਾਂ ਦੇ ਕਾਂਗਰਸ ਦੇ ਵਿੱਚ ਬੰਦੇ ਮੈਡਲ ਮੰਗ ਰਹੇ ਨੇ, 골ਡ ਮੈਡਲ, ਮੋਦੀ ਉਦਘਾਟਨ ਕਰ ਰਿਹਾ ਹੈ, ਅਮਿਤ ਸ਼ਾਹ ਜਿਹੜਾ ਭਾਵੇਂ ਚਤੁਰਬਣੀਆਂ ਕਹਿੰਦਾ ਉਹਨਾਂ ਦੀ ਇਹ ਜ਼ਰੂਰਤ ਹੈ ਕਿ ਵੀ ਉਹ 19 ਕੁ ਦੇਰ ਲਈ ਉਹਦੇ ਨਾਂ ਦਾ ਰੱਖਣਗੇ ਜਦੋਂ ਤੱਕ ਮੁਕੰਮਲ ਉਹਨਾਂ ਦੇ ਕੋਲ ਮੈਜੋਰਿਟੀ ਨਹੀਂ ਹੁੰਦੀ। ਹੁਣ ਜਿਹੜੀ ਗੱਲ ਇਹ ਸਾਰੇ ਚੋਂ ਸਾਹਮਣੇ ਆਉਂਦੀ ਹੈ ਵੀ ਇਸ ਸਾਰੇ 'ਚ ਕਿਵੇਂ ਸਾਰੇ ਭਾਈਵਾਲ ਨੇ ਕਿ ਉਸ ਸਾਰੇ ਚੋਂ ਸਭ ਤੋਂ ਪਹਿਲਾਂ ਇਹਨੇ ਜਿਹੜਾ ਮੋਹਨ ਪਾਂਡੇ ਹੈ, ਕ੍ਰਿਸ਼ਨ ਮੋਹਨ ਪਾਂਡੇ, ਔਰ ਇਸ ਪੱਤਰਕਾਰ ਨੇ ਲਿਖਿਆ ਕਿ ਵੀ ਈਵਨ ਜਿਹੜਾ ਇਹ ਜੰਦਾ ਖੁਲਾਣਾ ਹੈ 1986 ਦੇ ਵਿੱਚ ਜੱਜ ਤੋਂ, ਉਹ ਵੀ ਰਾਜੀਵ ਗਾਂਧੀ ਦੇ ਹੁਕਮਾਂ ਦੇ ਥੱਲੇ ਲੋਕਲ ਡਿਪਟੀ ਕਮਿਸ਼ਨਰ ਔਰ ਉਹਨਾਂ ਦਾ ਰਾਫਤਾ, ਕਿਉਂਕਿ ਰਾਜੀਵ ਗਾਂਧੀ ਨੂੰ ਇਹ ਨਜ਼ਰ ਆ ਗਿਆ ਸੀ ਖਾਸ ਤੌਰ ਤੇ ਜੂਨ 84 ਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਨੇ ਉਹਦੇ ਚੋਂ ਹੀ 1984-85 ਦੀਆਂ ਆਪਣੀਆਂ ਪਾਰਲੀਮੈਂਟ ਚੋਣਾਂ ਕੱਢਣੀਆਂ ਸੀ, ਪਰ 31 ਅਕਤੂਬਰ ਨੂੰ ਉਹ ਮਾਰੀ ਗਈ ਔਰ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਸੀ ਮੈਜੋਰਿਟੀ ਹਿੰਦੂਆਂ 'ਚ ਫੈਲਾਈ ਗਈ, ਉਹ ਮਾਡਲ ਬੜਾ ਕਾਮਯਾਬ ਰਿਹਾ। 84 ਦੇ ਅਖੀਰ 'ਚ ਜਦੋਂ ਚੋਣਾਂ ਹੋਈਆਂ ਤੇ ਰਾਜੀਵ ਗਾਂਧੀ 3/4 ਮੈਜੋਰਿਟੀ ਦੇ ਨਾਲ 3/4 ਉਹ ਜਿੱਤਿਆ। ਔਰ ਹੁਣ ਕਿਉਂਕਿ ਅਲਟੀਮੇਟਲੀ ਗਵਰਨੈਂਸ ਜਿਹੜੀ ਹੈ 86 ਤੱਕ ਪਹੁੰਚਦੇ ਆ, ਰਾਜੀਵ ਗਾਂਧੀ ਦਾ ਜਿਹੜਾ ਹੈ ਉਹ ਥੋਥਾਪਨ ਸਾਹਮਣੇ ਆ ਰਿਹਾ ਸੀ। ਪਹਿਲਾਂ ਤਾਂ ਮਿਸਟਰ ਕਲੀਨ ਉਹਨੂੰ ਬਣਾਇਆ, ਫਿਰ ਇਹਨਾਂ ਨੂੰ ਲੱਗਾ ਕਿ ਵੀ ਇਹ ਬੜੀ ਜਿਹੜੀ ਅੰਗਰੇਜ਼ੀ 'ਚ ਕਹਿੰਦੇ ਨੇ ਅਪੀਜ਼ਮੈਂਟ ਆਫ ਦਾ ਮੈਜੋਰਿਟੀ। ਉਹਨਾਂ ਨੇ ਕਿਹਾ ਜੀ ਵੀ ਹੁਣ ਸਿੱਖਾਂ ਨੂੰ ਤਾਂ ਕੁੱਟ ਚਾੜ ਕੇ ਇੱਕ ਪਾਰਲੀਮੈਂਟ ਦੀਆਂ ਚੋਣਾਂ ਕੱਢ ਲਈਆਂ, ਹੁਣ ਮੁਸਲਮਾਨਾਂ ਨੂੰ ਜਿਹੜਾ ਉਹ ਪਾਸੇ ਲਾ ਕੇ ਹਿੰਦੂਆਂ ਨੂੰ ਖੁਸ਼ ਕਰੋ ਕਿ ਜੀ ਅਸੀਂ ਤਾਂ ਜਿਹੜਾ ਅਯੁੱਧਿਆ ਮੰਦਿਰ ਅਸੀਂ ਜਿਹਨੂੰ ਕਹਿੰਦੇ ਆ ਝੂਠਾ ਹੀ, ਉਹਨੂੰ ਅਸੀਂ ਖੋਲ ਰਹੇ। ਸੋ ਉਹਦਾ ਜਿਹੜਾ ਜੰਦਾ ਖੁਲਾਇਆ 1 ਫਰਵਰੀ 1986 ਨੂੰ ਇਸ ਜੱਜ ਰਾਹੀਂ ਰਾਜੀਵ ਗਾਂਧੀ ਨੇ ਕੀਤਾ। ਔਰ ਫਿਰ ਵਿਸ਼ਵ ਹਿੰਦੂ ਪਰਿਸ਼ਦ ਦਾ ਅਸ਼ੋਕ ਸਿੰਘਲ ਜਿਹੜਾ ਹਮੇਸ਼ਾ ਜਿੱਥੇ ਜਾਂਦਾ ਸੀ ਕਹਿੰਦਾ ਸੀ ਕਿ ਜੀ ਬਾਬਰੀ ਮਸਜਿਦ ਹਿੰਦੂਆਂ ਦੀ ਗੁਲਾਮੀ ਦਾ ਪ੍ਰਤੀਕ ਹੈ, ਕਿ ਜਦੋਂ ਤੱਕ ਅਸੀਂ ਇਹਦੇ ਵੱਲ ਦੇਖਦੇ ਹਾਂ ਸਾਨੂੰ ਇਹ ਨਜ਼ਰ ਆਉਂਦੀ ਹੈ ਵੀ ਗੁਲਾਮੀ ਕੀ ਹੈ, ਨਫ਼ਰਤ ਲੱਖਾਂ ਲੋਕਾਂ ਦੇ ਮਨਾਂ 'ਚ। ਤੇ LK ਅਡਵਾਨੀ ਫਿਰ ਹੱਥ ਲੈ ਕੇ ਨਿਕਲ ਪਿਆ, ਜਿਹੜੇ ਨੇ ਥਾਂ ਤੇ ਜਾ ਕੇ ਉਹਦਾ ਪ੍ਰਚਾਰ ਕੀਤਾ। ਤੇ ਰਾਜੀਵ ਗਾਂਧੀ ਨੇ ਫਿਰ ਤਾਲਾ ਖੁਲਵਾ ਕੇ ਜਿਹੜਾ ਉਸ ਦਾ ਅੰਦਰ ਰਾਮ ਮੂਰਤੀ ਦਾ ਸ਼ਿਲਾਨਿਆਸ ਕਰਵਾਇਆ। ਪਹਿਲਾਂ ਉਹਦਾ ਦਰਵਾਜ਼ਾ ਖੁਲਾਣਾ ਔਰ ਫਿਰ ਜਿਹੜਾ ਉਸ ਦਾ ਮੂਰਤੀ ਦਾ ਸ਼ਿਲਾਨਿਆਸ, ਔਰ ਫਿਰ ਇਹ ਜਿਹੜਾ ਇਸ ਦੇ 6-7 ਉਹਨੇ ਰਾਮ ਜਨਮ ਭੂਮੀ ਮੰਦਿਰ ਤੇ ਕਾਲੇ ਬੰਦਰ ਦੀ ਭੂਮਿਕਾ ਦੇ ਨਾਲ ਉਹਨੇ ਕਿਹਾ ਕਿ ਜੀ ਮਸਜਿਦ 'ਚ ਚੁੱਪਚਾਪ ਮੂਰਤੀਆਂ ਰੱਖਣਾ। ਇਹ ਫਿਰ ਸਾਇਲੈਂਟ ਆਪਰੇਸ਼ਨ ਸੀ ਜਿਹਦੇ 'ਚ ਬੇਸ਼ੱਕ ਰਾਜੀਵ ਗਾਂਧੀ ਨੇ ਪ੍ਰਾਈਮ ਮਿਨਿਸਟਰ ਹੁੰਦਿਆਂ ਜੰਦਾ ਖੁਲਵਾਇਆ, ਅੰਦਰ ਸ਼ਿਲਾਨਿਆਸ ਕਰਵਾਇਆ, ਤੇ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜੀ ਗਈ ਤੇ ਨਰਸਿਮਹਾ ਰਾਓ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ ਕਾਂਗਰਸ ਦਾ। ਸੋ ਅਸੀਂ ਜਦੋਂ ਜਿਹੜਾ ਜਿਸ ਗੱਲ ਦੇ ਉੱਤੇ ਮੈਂ ਫੋਕਸ ਕਰ ਰਿਹਾ ਕਿ ਇਹ ਜਿਹੜਾ ਸਾਰਾ ਪਾਰਟ ਹੈ, ਜੇ ਇਸ ਕੱਲਾ ਬਾਬਰੀ ਮਸਜਿਦ ਨੂੰ ਹੀ ਟੈਸਟ ਕੇਸ ਦੇਖੋ, ਚੁੱਪਚਾਪ ਮੂਰਤੀਆਂ ਰੱਖਣਾ, ਤਾਲਾ ਖੁਲਵਾਣਾ, ਤੇ ਫਿਰ ਜਿਹੜਾ ਹੈ ਉਹ ਉਹਨਾਂ ਦੇ ਉੱਤੇ 6 ਦਸੰਬਰ ਨੂੰ ਉਸ ਨੂੰ ਢਾਣਾ, ਮੈਂ ਇਸ ਤੇ ਅੱਗੇ ਨਹੀਂ ਜਾਵਾਂਗਾ। ਸੋ ਇਹ ਜਿਹੜੇ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਕਿ ਗਾਂਧੀ ਨੇ ਕਿਵੇਂ ਉਸ ਹਿੰਦੂ ਰਾਜ ਦੀ ਨੀਂਹ ਰੱਖੀ ਔਰ ਬਾਬਰੀ ਮਸਜਿਦ ਟੈਸਟ ਕੇਸ ਬਣ ਕੇ ਅੱਜ ਰਾਮ ਮੰਦਿਰ ਦੀ ਗੱਲ ਪਹੁੰਚੀ ਹੈ। ਔਰ ਇਹ ਗੱਲ ਮੋਹਨ ਭਾਗਵਤ ਕੱਲ ਜਿਹੜਾ ਇੱਕ ਇਕੱਠ ਦੇ ਵਿੱਚ ਕਹਿ ਰਿਹਾ, ਈਵਨ ਆਪੋਜੀਸ਼ਨ ਕਾਂਟ ਅਪੋਜ਼ ਰਾਮ ਟੈਂਪਲ। ਭਾਗਵਤ ਉਹਨੇ ਕਿਹਾ ਜੀ ਹੁਣ ਮੰਦਿਰ ਤਾਂ ਬਣੇਗਾ, ਈਵਨ ਆਪੋਜੀਸ਼ਨ ਮੇਨ ਕਾਂਗਰਸ ਹੈ ਕਿ ਵੀ ਉਹ ਵੀ ਰਾਮ ਮੰਦਿਰ ਦਾ ਵਿਰੋਧ ਨਹੀਂ ਕਰ ਸਕਦੇ। RSS ਚੀਫ ਮੋਹਨ ਭਾਗਵਤ has said even opposition parties cannot oppose a Ram temple in Ayodhya
as the deity is revered by the country's majority। ਇਹ ਪਤੰਜਲੀ ਯੋਗ ਪੀਠ ਦਾ ਕੋਈ ਫੰਕਸ਼ਨ ਸੀ, ਉਹਨਾਂ ਨੇ ਕਿਹਾ ਜੀ ਇਹ ਕੁਝ ਚੀਜ਼ਾਂ ਤੇ ਵਕਤ ਲੱਗਦਾ ਹੈ, ਪਰ ਮੰਦਰ ਉੱਥੇ ਬਣਨ ਦਾ ਵਕਤ ਆ ਗਿਆ ਔਰ ਉਹਦੇ ਤੇ ਕੋਈ ਵਿਰੋਧ ਨਹੀਂ ਕਰ ਸਕੇਗਾ। ਸੋ ਜ਼ਾਹਰਾ ਤੌਰ ਦੇ ਉੱਤੇ ਮੈਂ ਜਦੋਂ ਈਵਨ ਇਹ ਖਬਰ ਵੀ ਦੇਖੀ ਉਸ ਤੋਂ 2 ਦਿਨ ਪਹਿਲਾਂ, ਜਿਵੇਂ ਟ੍ਰਿਬਿਊਨ 'ਚ 100 years ago ਦਾ ਕਾਲਮ ਹੁੰਦਾ ਹੈ, ਤੇ ਇਹ ਇੱਕ 28 ਸਤੰਬਰ 1918 ਨੂੰ ਇੱਕ ਜਿਹੜਾ 100 ਸਾਲ ਪਹਿਲਾਂ ਲਗਭਗ ਟ੍ਰਿਬਿਊਨ ਛਪਿਆ ਸੀ, ਰਿਪਰੈਜ਼ੈਂਟੇਸ਼ਨ ਫਾਰ ਨੌਨ ਬ੍ਰਾਹਮਨਸ। ਔਰ ਉਹਦੇ 'ਚ ਇਹ ਸੀ ਕਿ ਵੀ ਕੋਈ ਨੌਨ ਬ੍ਰਾਹਮਣ ਜਿਹੜੇ ਨੇ ਉਹ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਬ੍ਰਾਹਮਣ ਹਰ ਥਾਂ ਤੇ ਨੇ, ਸਾਡੀ ਕਿਉਂ ਨਹੀਂ ਰਿਪਰੈਜ਼ੈਂਟੇਸ਼ਨ। ਔਰ ਇਹ ਟ੍ਰਿਬਿਊਨ ਉਹਨਾਂ ਨੂੰ ਪੁੱਛ ਰਿਹਾ ਕਿ ਵੀ ਜੀ ਇਹ ਜਿਹੜਾ ਨੌਨ ਬ੍ਰਾਹਮਣ ਹੈ ਇਹ ਹੁੰਦਾ ਕੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ, what except the negative attribute of not being Brahmins is common as between any one of the non-Brahmin caste and any other। ਕਿ ਜੀ ਇਹ ਦੱਸੋ ਕਿ non-Brahmin caste ਕੀ ਨੇ। ਇਹ ਟ੍ਰਿਬਿਊਨ ਕਹਿ ਰਿਹਾ ਹੈ ਕਿ ਉਹਨਾਂ ਦੇ, ਕਿਉਂਕਿ ਉਹਨਾਂ ਦੇ ਲਈ ਜਦੋਂ ਹਿੰਦੂਤਵਾ ਡਿਫਾਈਨ ਕਰਦੇ ਨੇ ਹੈ ਹੀ ਬ੍ਰਾਹਮਣਿਜ਼ਮ ਹੈ, ਤੇ ਜਦੋਂ ਨਾਨ ਬ੍ਰਾਹਮਣ ਇਕੱਠੇ ਹੋਏ ਜਿਨ੍ਹਾਂ 'ਚ ਦਲਿਤ ਹੋਣਗੇ, ਦੂਜੇ ਹੋਣਗੇ ਕਿ ਭਾਈ ਸਾਡੀ ਰਿਜ਼ਰਵੇਸ਼ਨ ਹੋਏ, ਉਹ ਕਹਿੰਦੇ ਤੁਹਾਡੀਆਂ ਤਾਂ ਇੰਨੀਆਂ ਜ਼ਾਤਾਂ ਨੇ, ਤੁਸੀਂ ਤਾਂ ਐਂਟੀਟੀ ਨਹੀਂ ਹੋ, ਐਂਟੀਟੀ ਬ੍ਰਾਹਮਣਸ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਇਹ 1917-18 'ਚ ਗਾਂਧੀ ਸੀਨ ਤੇ ਆ ਚੁੱਕਾ ਸੀ। ਜਿਹੜਾ ਓਵਰਆਲ ਡੋਮੀਨੈਂਟ ਫੈਕਟਰ ਸੀ ਉਹ ਬ੍ਰਾਹਮਣਵਾਦ ਨੂੰ ਗਾਂਧੀ ਨੇ ਬੜੀ ਚਲਾਕੀ ਦੇ ਨਾਲ ਰਾਮ ਰਾਜ ਦੇ ਰੂਪ 'ਚ, ਸੈਕੂਲਰਿਜ਼ਮ ਦਾ ਲਬਾਦਾ, ਫਿਰ ਨਹਿਰੂ ਨੇ ਜਿਹੜਾ ਉਹ ਪੂਰਾ ਗਾਂਧੀ ਚਤੁਰ ਬਣੀਆਂ ਨੇ, ਫਿਰ ਕਸ਼ਮੀਰੀ ਬ੍ਰਾਹਮਣ ਲੱਭਿਆ ਤਾਂ ਕਿ ਬ੍ਰਾਹਮਣ ਬਣੀਆਂ ਕੰਬੀਨੇਸ਼ਨ ਅਲਟੀਮੇਟਲੀ ਉਹਨੂੰ ਲੀਡ ਕਰੇ। ਔਰ ਨਹਿਰੂ ਦੇ ਜੇ ਤੁਸੀਂ ਪਾਰਟ 'ਚ ਦੇਖੋ, ਅਸੀਂ ਨਾਗਾਲੈਂਡ ਦੇ ਹਵਾਲੇ ਨਾਲ ਗੱਲ ਕੀਤੀ ਸੀ, ਸਰ ਕਪੂਰ ਸਿੰਘ ਦਾ ਹਵਾਲਾ ਦੇ ਕੇ ਕਿ ਉਦੋਂ ਉਹਨਾਂ ਨੇ ਉੱਥੇ ਆਰੀਆ ਸਮਾਜੀਆਂ ਨੂੰ ਭੇਜਿਆ, ਨਹਿਰੂ ਦੇ ਜ਼ਮਾਨੇ 'ਚ ਫੰਡ ਕੀਤਾ ਕਿ ਨਾਗੇ ਕ੍ਰਿਸਚਨ ਨਾ ਬਣਨ। ਫਿਰ ਅਸੀਂ ਦੇਖਦੇ ਹਾਂ ਕਿ ਉਹੀ ਨਹਿਰੂ ਪੁੱਜ ਕੇ ਜਿਹੜਾ ਕਸ਼ਮੀਰ ਦਾ ਮੁੱਦਾ ਲੈ ਕੇ ਜਾਂਦਾ ਹੈ, ਔਰ ਹਿੰਦੂ ਤਵੀਆਂ ਨੇ ਜੇ ਅੱਜ ਜੋ ਹਾਲ ਕਰ ਦਿੱਤਾ ਜੰਮੂ ਕਸ਼ਮੀਰ ਦਾ, ਨਹਿਰੂ ਉਸ ਮੁੱਦੇ ਨੂੰ ਲਿਜਾਣ ਤੋਂ ਬਾਅਦ ਆਲਮੋਸਟ 16 ਸਾਲ ਜਿਉਂਦਾ ਰਿਹਾ, ਪਰ ਉਹਨੇ ਕਦੇ ਵੀ ਜਿਹੜੀ ਕਮਿਟਮੈਂਟ ਉਹਨੇ ਦਿੱਤੀ ਸੀ ਸਿਕਿਉਰਿਟੀ ਕਾਉਂਸਲ 'ਚ ਉਹ ਫੁੱਲਫਿਲ ਨਹੀਂ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿ 1963 'ਚ ਜਦੋਂ ਰਿਪਬਲਿਕ ਡੇ ਪੈਰੇਡ ਹੋਈ, ਪਹਿਲੀ ਵਾਰ RSS ਦੇ ਵਲੰਟੀਅਰ ਨਹਿਰੂ ਦੇ ਸੱਦੇ ਦੇ ਉੱਤੇ ਨਿੱਕਰਾਂ ਪਾ ਕੇ ਆਪਣੀਆਂ ਲਾਠੀਆਂ ਲੈ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਉਹ ਮਾਰਚ ਕੀਤਾ ਰਿਪਬਲਿਕ ਡੇ ਪੈਰੇਡ ਦੇ ਵਿੱਚ। ਔਰ ਫਿਰ ਉਹਦੀ ਧੀ ਇੰਦਰਾ ਗਾਂਧੀ ਨੇ ਕੀ ਕੀਤਾ, ਸਿੱਖਾਂ ਦੇ ਨਾਲ ਕੀ ਕੀਤਾ, ਮੁਸਲਮਾਨਾਂ ਦਾ, ਔਰ ਦੂਜਾ ਰਾਜੀਵ ਗਾਂਧੀ ਨੇ ਕੀ ਕੀਤਾ, ਨਰਸਿਮਹਾ ਰਾਓ ਦੀ ਗੱਲ ਅਸੀਂ ਕੀਤੀ ਹੈ। ਔਰ ਅੱਜ ਉਸ ਲੈਵਲ ਤੇ ਹੈ ਕਿ ਮੋਹਨ ਭਾਗਵਤ ਕੌਨਫੀਡੈਂਸ ਨਾਲ ਕਹਿ ਰਿਹਾ ਕਿ ਕੋਈ ਵੀ ਆਪੋਜੀਸ਼ਨ ਦਾ ਜਿਹੜਾ ਉਹ ਬੋਲ ਨਹੀਂ ਸਕਦਾ ਅਗੇਂਸਟ ਮੰਦਰ ਦੇ ਬਣਾਉਣ ਦੇ, ਕਿਉਂਕਿ ਇਹ ਮੈਜੋਰਿਟੀ ਦੀ ਆਸਥਾ ਦਾ ਇਸ਼ੂ ਹੈ। ਤੇ ਇਹੀ ਮੈਜੋਰਿਟੀ ਦੀ ਆਸਥਾ ਜਿਹੜਾ ਰਾਮ ਰਾਜ ਦੀ ਗੱਲ ਸੀ, ਜਿਸ ਨੂੰ ਕਾਇਦੇ ਆਜ਼ਮ ਨੇ ਬੜੀ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਭਾਈ ਇਹਨਾਂ ਦੇ ਥੱਲੇ ਰਹਿ ਕੇ ਤਾਂ ਫਿਰ ਉਹ ਹਿੰਦੂਤਵਾਈ ਦਾ ਹੀ ਜਿਹੜਾ ਉਹ ਬਣਨਾ ਪਏਗਾ ਫਾਲੋਅਰ। ਸੋ ਅਸੀਂ ਜਦੋਂ ਅੱਜ ਗਾਂਧੀ ਨੂੰ ਯਾਦ ਕਰ ਰਹੇ ਹਾਂ ਤੇ ਫਿਰ ਜ਼ਾਹਰਾ ਤੌਰ ਦੇ ਉੱਤੇ ਜਿੱਥੇ ਕਾਇਦੇ ਆਜ਼ਮ ਨੂੰ ਵੀ ਅਸੀਂ ਟ੍ਰਿਬਿਊਟ ਦਿੰਦੇ ਹਾਂ ਕਿ ਉਹਨਾਂ ਨੇ ਆਪਣੀ ਕੌਮ ਦੇ ਇੱਕ ਹਿੱਸੇ ਨੂੰ ਗੁਲਾਮੀ ਚੋਂ ਬਾਹਰ ਕੱਢ ਕੇ ਲੈ ਗਏ, ਜਿਵੇਂ ਮੋਜ਼ਿਸ ਕਿਸੇ ਜ਼ਮਾਨੇ ਦੇ ਵਿੱਚ ਆਪਣੇ ਯਹੂਦੀਆਂ ਦੇ ਟ੍ਰਾਈਬ ਨੂੰ ਜਿਹੜਾ ਉਸ ਇਜਿਪਟ ਦੀ ਗੁਲਾਮੀ ਚੋਂ ਲੈ ਗਏ ਸੀ ਕੱਢ ਕੇ, ਤੇ ਆਪਣੀ ਲੀਡਰਸ਼ਿਪ ਨੂੰ ਅਸੀਂ ਕਰਸ ਵੀ ਕਰਦੇ ਹਾਂ। ਕਾਸ਼ ਕਿ ਗਾਂਧੀ ਦੀਆਂ ਲਿਖਤਾਂ ਵੀ ਮੌਜੂਦ ਸੀ, ਉਹਦਾ ਵਿਹਾਰ ਵੀ ਮੌਜੂਦ ਸੀ, ਉਹਦੇ ਸਾਰਾ ਲਾਈਫ ਸਟਾਈਲ ਦੇ ਵਿੱਚ ਵੀ ਮੌਜੂਦ ਸੀ, ਤੇ ਵੀ ਕਿਉਂ ਨਹੀਂ ਉਸ ਗੇਮ ਨੂੰ ਦੇਖ ਸਕੇ। ਔਰ ਜਿਹੜਾ ਇੱਕ ਯੂਨੀਕ ਖਾਲਸਾ ਪੰਥ ਜਿਹਦੇ ਬਾਰੇ 10ਵੇਂ ਪਾਤਸ਼ਾਹ ਨੇ ਪੰਥ ਨੂੰ ਇਹ ਆਗਾਹ ਕੀਤਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ ਉਦੋਂ ਤੱਕ ਮੇਰਾ ਸਾਰਾ ਤੇਜ ਪਾਵਰ ਔ ਖਾਲਸੇ ਦੇ ਨਾਲ ਹੈ। ਪਰ ਜਿਸ ਦਿਨ ਖਾਲਸਾ ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ, ਬ੍ਰਾਹਮਣਵਾਦ ਆਈਡੀਓਲੋਜੀ ਹੈ ਕਿ ਜਦੋਂ ਸਿੱਖ ਵਿਪਰ ਦੇ ਰਸਤੇ ਤੇ ਤੁਰਨਗੇ ਫਿਰ ਮੇਰਾ ਖਾਲਸੇ ਨਾਲ ਕੋਈ ਸੰਬੰਧ ਨਹੀਂ। ਸੋ ਅਸੀਂ ਇਹੀ ਨਹੀਂ ਕਿ ਗਾਂਧੀ ਦੇ ਧੋਖੇ 'ਚ ਫਸੇ, ਸਾਡੀ ਲੀਡਰਸ਼ਿਪ ਨੇ 10ਵੇਂ ਪਾਤਸ਼ਾਹ ਵੱਲ ਵੀ ਪਿੱਠ ਕੀਤੀ ਕਿ ਉਹ ਬ੍ਰਾਹਮਣਵਾਦ ਦੇ ਜਾਲ ਦੇ ਵਿੱਚ ਫਸ ਕੇ ਅੱਜ 72 ਸਾਲ ਦੀ ਸਾਡੀ ਉਹ ਹਾਲਤ ਦੱਸ ਰਹੀ ਹੈ ਕਿ ਗਲਤ ਲਏ ਜਿਹੜੇ ਫੈਸਲੇ ਹੁੰਦੇ ਨੇ ਉਹ ਕਿਵੇਂ ਕੌਮਾਂ ਉਸ ਦੀ ਮਾਰ ਫਿਰ ਕਈ ਦਹਾਕੇ ਤੇ ਕਈ ਵਾਰ ਕਈ ਸਦੀਆਂ
ਚਲਦੀਆਂ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।